हाँ जी, वाहिगुरु जी का खालसा वाहिगुरु जी की फतेह। हाँ जी, ਅੱਜ ਦੇ पर्सनैलिटी डेवलपमेंट कैंप ਵਿੱਚ आप सबका स्वागत है जी। आप सब बहुत ज़्यादा मैं सोचदी ਹਾਂ आप सब बहुत किस्मत वाले हो ਜਿਹੜੇ ਅੱਜ ਕੱਲ੍ਹ ਦੇਖੋ ਜੇ ਆਪਾਂ ਦੇਖਿਆ ਜਾਵੇ ਹਨਾ ਕਿਸੇ ਨੂੰ ਵੀ ਕੁਛ ਕਰਨ ਲਈ ਕਿਹਾ ਜਾਵੇ ਤਾਂ ਕਹਿੰਦੇ ਨੇ ਮੇਰੇ ਕੋਲ ਟਾਈਮ ਨਹੀਂ ਹੈਗਾ ਬਟ ਤੁਸੀਂ ਹਨਾ ਹਰ ਰੋਜ਼ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਆਪਣਾ ਜੋ ਕੈਂਪ ਅਟੈਂਡ ਕਰਦੇ ਹੋ ਤੇ ਤੁਸੀਂ ਬਹੁਤ ਕਿਸਮਤ ਵਾਲੇ ਹੋ ਯੂ ਆਰ ਵੈਰੀ ਲੱਕੀ ਤੇ ਮੈਂ ਵੀ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ ਜੋ ਮੈਂ ਵੀ ਇਸ ਕੈਂਪ ਦਾ ਹਿੱਸਾ ਹਾਂ ਤੇ ਰਿਕੁਐਸਟ ਹੈ ਕਿ ਆਪਣੇ ਫਰੈਂਡਸ ਨੂੰ ਆਪਣੇ ਬ੍ਰਦਰ ਸਿਸਟਰਸ ਨੂੰ ਵੀ ਇੰਸਪਾਇਰ ਕਰਿਆ ਕਰੋ ਤਾਂ ਕਿ ਉਹ ਵੀ ਇਹ ਕੈਂਪ ਅਟੈਂਡ ਕਰਿਆ ਕਰਨ ਠੀਕ ਹੈ ਤੇ ਅੱਜ ਰੋਜ਼ ਦੀ ਤਰ੍ਹਾਂ ਆਪਾਂ ਅੱਜ ਜਾਪ ਸੇਵਾ ਤੋਂ ਸਟਾਰਟ ਕਰਾਂਗੇ ਤੇ ਅੱਜ ਜਾਪ ਦੀ ਸੇਵਾ ਕਰਨ ਜਾ ਰਹੇ ਨੇ ਪਾਰਸ ਸ਼ਾਰਦਾ ਜੀ ਈਪੀਪੀ ਨੰਬਰ 14607 ਜੇ ਜੁੜ ਚੁੱਕੇ ਨੇ ਤਾਂ ਪਲੀਜ਼ ਅਨਮਿਊਟ ਕਰੋ ਤੇ ਸਟਾਰਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਜਾਪ ਦੀ ਸੇਵਾ ਨਿਭਾਈ ਹੈ ਜੀ। ਤੇ ਇੱਕ ਗੱਲ ਮੈਂ ਕਹਿਣਾ ਸੀ ਕਿ ਜਾਪ ਜੋ ਮੂਲ ਮੰਤਰ ਦਾ ਜਾਪ ਹੁੰਦਾ ਹੈ ਗੁਰਪ੍ਰਸਾਦ ਤੱਕ ਹੁੰਦਾ ਹੈ ਠੀਕ ਹੈ ਤੇ ਵੈਸੇ ਅੱਗੇ ਵੀ ਪੜ੍ਹ ਲਿਆ ਜਾਵੇ ਤਾਂ ਕੋਈ ਗਲਤ ਨਹੀਂ ਹੈ ਜਿੰਨਾ ਪਾਠ ਕਰੀਏ ਜਿੰਨੀ ਬਾਣੀ ਪੜ੍ਹੀਏ ਹਨਾ ਓਨਾ ਹੀ ਆਪਣੇ ਲਈ ਵਧੀਆ ਹੈ ਬਟ ਜੋ ਮੂਲ ਮੰਤਰ ਸਾਹਿਬ ਦਾ ਪਾਠ ਹੈ ਇਹ ਗੁਰਪ੍ਰਸਾਦ ਤੱਕ ਹੈ ਠੀਕ ਹੈ ਜੀ। ਅੱਗੇ ਤੋਂ ਧਿਆਨ ਰੱਖਣਾ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਜੋ ਜਾਪ ਦੀ ਸੇਵਾ ਨਿਭਾਈ ਹੈ ਜੀ। ਹੁਣ ਕੀਰਤਨ ਸਰਵਣ ਕਰਾਂਗੇ ਜੀ। ਕੀਰਤਨ ਦੀ ਸੇਵਾ ਲੈ ਰਹੇ ਨੇ ਗੁਰਪਾਰਸ ਸਿੰਘ ਜੀ ਮੋਹਾਲੀ ਤੋਂ। ਕਿਰਪਾ ਕਰਕੇ ਆਪ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸ਼ੁਰੂ ਕਰੋ ਜੀ। ਰਾਮ ਰਾਮ ਬੋਲ ਰਾਮ 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 ਬੋਲ ਰਾਮ 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 ਬੋਲ ਰਾਮ 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 ਬੋਲ ਰਾਮ ਰਾਮ। त्यागो मन के सगल काम त्यागो मन के सगल काम राम राम बोल राम 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 बोल राम राम। जिस बोलत मुख पवित्र होए जिस बोलत मुख पवित्र होए जिस सिमरत निर्मल है सोए जिस सिमरत निर्मल है सोए जिस राधे जम किछ न है जिसकी सेवा सब किछ लो है जिसकी सेवा सब किछ लो है। त्यागो मन के सगल काम त्यागो मन के सगल काम
बोल राम राम, राम राम बोल राम राम, राम राम बोल राम राम, राम राम बोल राम राम। जिसकी तारीफ तरने आकाश, जिसकी तारीफ तरने आकाश, कट कट जिसका है परगास, कट कट जिसका है परगास, जिस सिमरत पतित पुनीत होए, अंत काल फिर ना रोए, अंत काल फिर ना रोए, त्यागो मन के सगल काम, त्यागो मन के सगल काम, राम राम बोल राम राम, राम राम बोल राम राम, राम राम बोल राम राम, राम राम बोल राम राम। सगल धर्म में उत्तम धर्म, कर्म करतूत के ऊपर कर्म, कर्म करतूत के ऊपर कर्म, जिसको चाहे सुर नर देव, संत सभा की लोगों से, संत सभा की लोगों से, त्यागो मन के सगल काम, त्यागो मन के सगल काम, राम राम बोल राम राम, राम राम बोल राम राम, राम राम बोल राम राम, राम राम बोल राम राम। आद पुरख जिसकी अदान, जिसको मिलिया हर निदान, जिसको मिलिया हर निदान, जिसकी गत मित कहीं न जाए, नानक जन हर हर त्याए, नानक जन हर हर त्याए, त्यागो मन के सगल काम, त्यागो मन के सगल काम, राम राम बोल राम राम, राम राम बोल राम राम, राम राम बोल राम राम, राम राम बोल राम राम। वाहिगुरु जी का खालसा, वाहिगुरु जी की फतेह। वाह जी वाह। राम राम बोल राम राम, त्यागो मन के सगल काम। वाह जी वाह, बहुत आनंदमयी, बहुत ਵਧੀਆ ਤਰੀਕੇ ਨਾਲ ਆਪ ਜੀ ਨੇ ਕੀਰਤਨ ਸਰਵਨ ਕਰਵਾਇਆ ਹੈ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣਾ ਆਪ ਜੀ ਤੇ ਬਹੁਤ ਆਨੰਦ ਆਇਆ ਜੀ। ਬਹੁਤ ਵਧੀਆ ਕੀਰਤਨ ਸੀ। ਰਾਮ ਰਾਮ ਬੋਲ ਰਾਮ ਰਾਮ, ਆਵ ਤੂੰ ਪ੍ਰਮਾਤਮਾ ਦਾ ਨਾਮ ਬੋਲ, ਤਿਆਗ ਮਨ ਦੇ ਸਾਰੇ ਕਾਮ, ਸਾਰੇ ਵਿਸ਼ੇ ਵਿਕਾਰ ਸਾਰੇ ਤਿਆਗ ਦੇ। ਵਾਹ ਜੀ ਵਾਹ, ਬਹੁਤ ਆਨੰਦ ਆਇਆ, ਬਹੁਤ ਵਧੀਆ ਜੀ। ਤੇ ਹੁਣ ਆਪਾਂ ਆਪਣਾ ਪਹਿਲਾ ਸੈਸ਼ਨ ਵੱਲ ਆਪਾਂ ਵੱਧਦੇ ਹਾਂ ਜੀ। ਆਪਣਾ ਪਹਿਲਾ ਸੈਸ਼ਨ ਲੈ ਰਹੇ ਨੇ ਭਾਈ ਸੀ ਗੁਰਪ੍ਰੀਤ ਸਿੰਘ ਜੀ ਰਾਮਪੁਰਾ ਤੋਂ, ਜਿਨ੍ਹਾਂ ਦਾ ਵਿਸ਼ਾ ਹੈ ਜੀ ਸ਼ਬਦ ਵਿਚਾਰ, ਸ਼ਲੋਕ ਮਹਲਾ 9ਵਾਂ 1 ਤੋਂ 8 ਤੱਕ ਸ਼ਲੋਕਾਂ ਦੇ ਵਿਚਾਰਾਂ ਦੀ ਜੋ ਸਾਂਝ ਪਾਣਗੇ। ਤੇ ਆਪ ਜੀ ਕਿਰਪਾ ਕਰਕੇ ਆਪਣਾ ਮਾਈਕ ਅਨਮਿਊਟ ਕਰ ਲਓ ਜੀ। ਅਤੇ ਸਾਰੇ ਬੱਚੇ, ਬੱਚਿਆਂ ਦੇ ਮਾਤਾ ਪਿਤਾ, ਸਮੁੱਚਾ ਪਰਿਵਾਰ, ਜਿਨ੍ਹਾਂ ਨੂੰ ਆਪਾਂ ਇੱਕ ਪਰਿਵਾਰ ਦਾ ਰੂਪ ਰੋਜ਼ਾਨਾ ਬਣਾ ਕੇ ਜੁੜਦੇ ਹਾਂ। ਏਕ ਪਿਤਾ ਏਕ ਕੇ ਹਮ ਮੁਬਾਰਕ,
तू मेरा गुरहाई। भैन जी आवाज आ रही ने सही? हाँ जी, आ रही है। ठीक ठीक 7 वचन। सो एक पिता एकस के हम मुबारक तू मेरा गुरहाई ਦੇ ਮਹਾਂਵਾਕ ਅਨੁਸਾਰ ਇੱਕ ਪਿਤਾ ਗੁਰੂ ਦੇ ਅਸੀਂ ਬੱਚੇ ਬਣ ਕੇ ਰੋਜ਼ਾਨਾ ਜੁੜਦੇ ਹਾਂ, ਬਹੁਤ ਹੀ ਵੱਡੇ ਭਾਗ ਨੇ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਬਖਸ਼ਣ। ਆਓ ਅੱਜ ਸਾਨੂੰ ਸੁਭਾਗ ਪ੍ਰਾਪਤ ਹੋਇਆ ਜੋ 9ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਗਾ, ਉਹਦੇ ਸੰਬੰਧ ਵਿੱਚ ਆਪਾਂ ਵਿਚਾਰ ਆ ਜਿਹੜੀ ਉਹ ਕਰਨੀ ਆ। ਅੱਜ 8 ਸ਼ਲੋਕਾਂ ਦੀ ਵਿਚਾਰ ਆਪ ਜੀ ਦੇ ਨਾਲ ਰਲ ਮਿਲ ਕੇ ਸਾਂਝੀ ਕਰਾਂਗੇ। ਸੋ ਜਿਉਂ ਬੁਲਾਵੇ ਤਿਉਂ ਬੋਲਣਾ ਹਾਂ ਸੁਆਮੀ, ਜਿਵੇਂ ਉਹ ਵਾਹਿਗੁਰੂ ਕਿਰਪਾ ਕਰੇਗਾ ਆਪਾਂ ਉਵੇਂ ਉਵੇਂ ਬੋਲਣ ਦਾ ਯਤਨ ਕਰਾਂਗੇ। ਸਾਡੀ ਕੋਈ ਆਪਣੀ ਤਾਕਤ ਆਪਣੀ ਔਕਾਤ ਨਹੀਂ ਹੈ ਜਿਸ ਕਰਕੇ ਅਸੀਂ ਆਪ ਆਪਣੀ ਮਰਜ਼ੀ ਨਾਲ ਬੋਲ ਸਕੀਏ। ਗੁਰਫਤਿਹ ਦੀ ਸਾਂਝ ਪਾਈਏ, ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਪਾਵਨ ਬਾਣੀ ਜੋ ਭੋਗ ਦੇ ਸ਼ਲੋਕ ਆਪਾਂ ਤਕਰੀਬਨ ਅਖੰਡ ਪਾਠ, ਸਹਿਜ ਪਾਠ ਦੇ ਰੂਪ ਵਿੱਚ ਘਰਾਂ ਦੇ ਵਿੱਚ ਪ੍ਰਚਲਿਤ ਬਾਣੀ ਆ, ਜਿਹਨੂੰ ਪੜ੍ਹਦੇ ਵੀ ਆ ਸੁਣਦੇ ਵੀ ਆ। 9ਵੇਂ ਪਾਤਸ਼ਾਹ ਨੇ ਆਪਣੇ ਭੋਗ ਦੇ ਸ਼ਲੋਕਾਂ ਦੇ ਵਿੱਚ ਬੜੀ ਹੀ ਖੁੱਲ੍ਹ ਕੇ ਮਨੁੱਖੀ ਜ਼ਿੰਦਗੀ ਦੇ ਬਾਰੇ ਸਾਨੂੰ ਸਮਝਾਇਆ ਗਾ। ਇਉਂ ਕਹਿ ਲਓ ਵੀ ਸਾਰਾ ਨਿਚੋੜ ਆ ਜਿਹੜਾ ਉਹ ਮੇਰੇ ਪਾਤਸ਼ਾਹ ਨੇ ਭੋਗ ਦੇ ਸ਼ਲੋਕਾਂ ਵਿੱਚ ਸਪਸ਼ਟ ਕਰਕੇ ਸਾਨੂੰ ਸਮਝਾ ਦਿੱਤਾ। ਸ਼ੁਰੂਆਤ ਹੁੰਦੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ਼ਲੋਕ ਮਹਿਲਾ 9ਵਾਂ। ਪਹਿਲਾ ਸ਼ਲੋਕ ਹੈ ਜੀ, ਗੁਣ ਗੋਬਿੰਦ ਗਾਇਓ ਨਹੀਂ। ਮੈਂ ਹੇਕ ਲਾ ਕੇ ਨਹੀਂ ਪੜਾਂਗਾ, ਉੱਦਾਂ ਵਿਆਖਿਆ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਕਿਰਪਾ ਕਰਨਗੇ। ਸਕਰੀਨ ਤੇ ਵੀ ਸ਼ੋ ਹੋ ਚੁੱਕਿਆ ਹੈਗਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਵਿਦ ਜਲ ਕੋ ਮੀਨ। ਹੁਣ ਪਾਤਸ਼ਾਹ ਜੀ ਇਸ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਨੇ। ਇਹ ਸਾਰੀ ਬਾਣੀ ਆਰੰਭਤਾ ਦੇ ਵਿੱਚ ਦੱਸ ਦਿੱਤਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੈਨ ਹੋ ਰਹੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਐ ਮਨੁੱਖ ਤੂੰ ਉਸ ਗੋਬਿੰਦ ਪਰਮਾਤਮਾ ਦੇ ਗੁਣ ਮਨੁੱਖਾ ਜੀਵਨ ਅਜਾਈ ਪਰਮਾਤਮਾ ਦੀ ਭਗਤੀ ਸਿਮਰਨ ਦੀ ਤਾਂਘ ਤੜਪ ਨਾਲ ਕਰ। ਉਹਦੇ ਗੁਣ, ਉਹਦੀ ਭਗਤੀ ਸਿਮਰਨ ਤਾਂਘ ਨਾਲ ਅੰਦਰੋਂ ਖਿੱਚ ਕੇ ਆਪਣੇ ਆਪ ਨੂੰ ਲਾਲਚ ਦੇ ਰੂਪ ਵਿੱਚ ਪਹੁੰਚ ਕੇ ਗਾ। ਜਿਵੇਂ ਮੱਛੀ ਨੂੰ ਗੁਰੂ ਪਾਤਸ਼ਾਹ ਨੇ ਸਾਡੇ ਸਨਮੁਖ ਲਾਲਚ ਦੇ, ਵਾਹਿਗੁਰੂ ਪਾਣੀ ਦੇ ਨਾਲ ਹੈ, ਪਾਣੀ ਤੋਂ ਬਿਨਾਂ ਮੱਛੀ ਹੋ ਜਾਂਦੀ ਹੈ, ਮਛਲੀ ਤਾਂ ਜੀਵਨ ਚ ਪੈਦਾ ਕਰ। ਇਹ ਕੋ ਮੀਨ ਭਾਵ ਮੱਛੀ ਵਾਂਗ ਆਪਣੇ ਅੰਦਰ ਉਸ ਪਰਮਾਤਮਾ ਦੇ ਗੁਣ ਗਾਉਣ ਸੰਬੰਧੀ ਪਿਆਰ ਪੈਦਾ ਕਰ। ਜਿਵੇਂ ਕਿ ਬਾਹਰ ਦੀ ਦੁਨੀਆ ਵਿੱਚ ਇੱਕ ਨਿਯਮ ਆ ਕਿ ਅਸੀਂ ਸੂਰਜ ਦੀ ਰੋਸ਼ਨੀ ਵੱਲ ਜਦੋਂ ਵੇਖਦੇ ਆ ਨਾ, ਤਾਂ ਸੁਭਾਵਕ ਆ ਵੀ ਸਾਡੀ ਜਿਹੜੀ ਅੱਖ ਆ ਉਹ ਸੂਰਜ ਵੱਲ ਨਹੀਂ ਤੱਕ ਸਕੇਗੀ, ਸੂਰਜ ਦੀਆਂ ਕਿਰਨਾਂ ਵੱਲ ਨਹੀਂ ਤੱਕ ਸਕੇਗੀ। ਤਾਂ ਸੁਭਾਵਕ ਆ ਵੀ ਸਾਡੀ ਅੱਖਾਂ ਦੀ ਨਿਗਾਹ ਰੋਸ਼ਨੀ ਵੀ ਜਾ ਸਕਦੀ ਆ। ਪਰ ਸੂਰਜ ਦੀਆਂ ਕਿਰਨਾਂ ਰਾਹੀਂ ਜੋ ਪ੍ਰਕਾਸ਼ ਇਸ ਧਰਤੀ ਦੇ ਵਿਹੜੇ ਵਿੱਚ ਹੋਇਆ, ਤਾਂ ਸੂਰਜ ਦੀਆਂ ਕਿਰਨਾਂ ਰਾਹੀਂ ਪ੍ਰਕਾਸ਼ ਹੋਏ ਚਾਨਣ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦੇ ਕਾਰਜ ਸਫਲ ਕਰਨੇ ਨੇ। ਇਵੇਂ ਜਿਵੇਂ ਉਹ ਪਰਮਾਤਮਾ ਇੱਕ ਬਹੁਤ ਵੱਡਾ ਸੂਰਜ ਆ, ਜਿਸ ਸੂਰਜ ਦੇ ਉਪਦੇਸ਼ ਰਾਹੀਂ, ਗੁਰਬਾਣੀ ਗਿਆਨ ਦੇ ਰਾਹੀਂ ਅਸੀਂ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣਾ। ਉਹਦੇ ਗੁਣ ਗਾਉਂਦਿਆਂ ਗਾਉਂਦਿਆਂ, ਮਤਲਬ ਉਹਦੀ ਰੋਸ਼ਨੀ ਵਿੱਚ ਜ਼ਿੰਦਗੀ ਬਤੀਤ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਮਛਲੀ ਵਾਂਗ ਉਹ ਪਰਮਾਤਮਾ ਦੇ ਗੁਣਾਂ ਨਾਲ ਪਿਆਰ ਕਰਨਾ ਗਾ।
ਭਾਵ ਕੀ ਹੈ, ਜੇ ਅਸੀਂ ਜ਼ਿੱਦ ਕਰਾਂਗੇ ਉਹ ਵੀ ਪਰਮਾਤਮਾ ਨੂੰ ਪਾਉਣਾ ਹੈ, ਜਾਂ ਮਤਲਬ ਕਿ ਪਰਮਾਤਮਾ ਦਾ ਸਿੱਧੇ ਰੂਪ ਦੇ ਵਿੱਚ ਅਸੀਂ ਨਕਸ਼ਾ ਵੇਖਣਾ, ਤਾਂ ਉੱਥੇ ਅਸੀਂ ਫੇਲ ਹੋ ਸਕਦੇ ਹਾਂ। ਪਰਮਾਤਮਾ ਸਿੱਧੇ ਤੌਰ ਤੇ ਨਾ ਕਿਸੇ ਨੂੰ ਮਿਲਿਆ, ਨਾ ਹੀ ਮਿਲਣਾ। ਭਾਵ ਉਹ ਪਰਮਾਤਮਾ ਨੂੰ ਕਿਵੇਂ ਮਹਿਸੂਸ ਕਰ ਸਕਦੇ ਹਾਂ ਅਸੀਂ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਉਹ ਮਾਲਕ ਨੂੰ ਅਸੀਂ ਉਹਦੇ ਗੁਣ ਗਾਉਣ ਦੇ ਨਾਲ, ਮਤਲਬ ਉਹਦੀ ਗਿਆਨ ਦੀ ਰੋਸ਼ਨੀ ਵਿੱਚ ਜੋ ਸਾਨੂੰ ਉਹ ਪਰਮਾਤਮਾ ਨੇ ਇਸ ਧਰਤੀ ਤੇ ਬਖਸ਼ਿਸ਼ ਕੀਤੀ ਹੈ, ਉਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਮੇਲਣਾ ਹੈ, ਉਹਦੇ ਨਾਲ ਸੰਬੰਧ ਬਣਾਉਣਾ। ਜਿਵੇਂ ਕਿ ਸਾਨੂੰ ਕੁਝ ਆਜ਼ਾਦੀ ਦਿੱਤੀ ਹੈ ਪਰਮਾਤਮਾ ਨੇ, ਕੁਝ ਪੱਖ ਸਾਡਾ ਤੇ ਕੁਝ ਵਾਹਿਗੁਰੂ ਜੀ ਦਾ, ਅਣਦਿਖਦੇ ਮਾਲਕ ਦਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਭਾਵ ਸਾਡੇ ਕੋਲ ਇੱਕ ਆਜ਼ਾਦੀ ਹੈ, ਉਹ ਪਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ, ਬੰਦ ਕਰਨਾ ਜਾਂ ਇਹਨਾਂ ਨੂੰ ਖੋਲਣਾ ਉਹ ਸਾਡੇ ਹੱਥ 'ਚ ਆ। ਹੱਥ ਦਿੱਤੇ ਨੇ, ਚੰਗਾ ਕੰਮ ਕਰਨਾ ਜਾਂ ਮੰਦਾ ਕਰਨਾ ਇਹ ਸਾਡੇ ਕੋਲੇ ਹੈ। ਦਿਮਾਗ ਦਿੱਤਾ, ਉਹਨੂੰ ਸਹੀ ਵਰਤਣਾ ਜਾਂ ਨਹੀਂ ਵਰਤਣਾ ਉਹ ਸਾਡੇ ਕੋਲੇ ਹੈ। ਮਤਲਬ ਬਹੁਤ ਵੱਡੀ ਜ਼ਿੰਮੇਵਾਰੀ ਆ, ਉਸ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਆ, ਪਰ ਜਿੰਨੀ ਜ਼ਿੰਮੇਵਾਰੀ ਸਾਨੂੰ ਦਿੱਤੀ ਆ ਉਨੀ ਅਸੀਂ ਸਮਝ ਨਹੀਂ ਸਕੇਗੇ। ਤਾਈਓ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਉਹ ਪਰਮਾਤਮਾ ਦੇ ਗੁਣ ਗਾਉਣ ਤੋਂ ਬਿਨਾਂ ਅਸਫਲ ਹੋ ਗਏ, ਗਾ ਨਹੀਂ ਸਕੇਗੇ। ਪਹਿਲਾਂ ਆਪਣੀ ਜ਼ਿੰਮੇਵਾਰੀ, ਭਾਵ ਕੀ ਹੈ, ਬੀਜ ਬੀਜ, ਪਰਮਾਤਮਾ ਦੀ ਜ਼ਿੰਮੇਵਾਰੀ ਫਲ ਲਾਵੇਗਾ। ਗੁਣ ਗਾਉਣੇ ਨੇ ਉਹ ਸਾਡੀ ਜ਼ਿੰਮੇਵਾਰੀ ਆ, ਤੇ ਪਰਮਾਤਮਾ ਨੇ ਬਖਸ਼ਿਸ਼ ਕਰਨੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਨਾ, ਗੁਣ ਗਾਉਣ ਦੇ ਨਾਲ ਫਿਰ ਸਾਡੇ ਜੀਵਨ ਦੀ ਜਿਹੜੀ ਮੈਲ ਆ, ਮਿੱਟੀ ਘੱਟਾ ਉਤਰ ਜਾਵੇਗੀ। ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਭਾਵ ਉਹਦੇ ਆ ਦਰ ਤੇ, ਮਨੁੱਖਾ ਜ਼ਿੰਦਗੀ ਜੋ ਧਰਤੀ ਤੇ ਸਾਡੀ ਹੈ, ਇਹ ਦਰ ਆ ਪਰਮਾਤਮਾ ਦਾ, ਇਹਦੇ ਦਰ ਤੇ ਅਸੀਂ ਉਹ ਪਰਮਾਤਮਾ ਦੇ ਗੁਣ ਜ਼ਰੂਰ ਗਾਉਣੇ ਨੇ। ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਫਿਰ ਇੱਥੋਂ ਸਿੱਧ ਹੁੰਦਾ ਕਿ ਗੁਰਸਿੱਖ ਦੇ ਬਚਨਾਂ ਵਿੱਚੋਂ ਪਰਮਾਤਮਾ ਦਾ ਜ਼ਿਕਰ ਆਉਂਦਾ ਹੀ ਆਉਂਦਾ ਹੈ। ਜਦੋਂ ਗੁਰਸਿੱਖੀ ਵਾਲਾ ਜੀਵਨ ਬਣ ਜਾਏ ਨਾ, ਗੁਰੂ ਦੀ ਸਿੱਖਿਆ ਲੈਣ ਵਾਲਾ ਸਾਡਾ ਜੀਵਨ ਬਣ ਜਾਵੇਗਾ, ਤਾਂ ਉਦੋਂ ਸਾਡੇ ਕਰਮਾਂ ਚੋਂ, ਸਾਡੇ ਕੰਮ ਚੋਂ ਉਹ ਪਰਮਾਤਮਾ ਦਾ ਸੁਗੰਧੀ ਰਸ ਆਵੇਗਾ ਹੀ ਆਵੇਗਾ। ਫਿਰ ਕਿਰਤ ਅਤੇ ਕੀਰਤੀ ਇੱਕ ਹੋ ਜਾਣੀ ਆ। ਕਿਰਤ ਤੇ ਕੀਰਤੀ, ਕਿਰਤ ਵੀ ਕਰਨੀ ਆ ਤੇ ਕੀਰਤੀ ਵੀ ਕਰਨੀ ਆ। ਕਿਰਤ ਤੇ ਕੀਰਤੀ ਜਦੋਂ ਇੱਕ ਹੋ ਗਈ, ਅਸੀਂ ਮੰਨ ਲਵਾਂਗੇ ਵੀ ਅਸੀਂ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਨੇ। ਪਹਿਲਾਂ ਗੱਲ ਕੀਰਤੀ ਤੋਂ ਹੀ ਸ਼ੁਰੂ ਹੁੰਦੀ ਆ। ਜਨਮ ਆ ਸਾਡਾ, ਮਾਤਾ ਦੇ ਉਦਰ ਵਿੱਚ ਪਲਦੇ ਆ, ਕੀਰਤੀ, ਫਿਰ ਧੰਦਾ ਤੇ ਫਿਰ ਧਰਮ ਇੱਕ ਹੋ ਜਾਣਗੇ। ਮਤਲਬ ਫਿਰ ਸਾਡੇ ਕਰਮ ਤੇ ਉਹ ਪਰਮਾਤਮਾ ਦੀ ਬਖਸ਼ਿਸ਼ ਇੱਕ ਹੋ ਜਾਵੇਗੀ। ਫਿਰ ਪਾਤਸ਼ਾਹ ਨੇ ਸਾਨੂੰ ਦੱਸਿਆਗਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਿਉਂ ਆਪਣਾ ਮਨੁੱਖਾ ਜੀਵਨ ਬੇਅਰਥ ਗਵਾ ਰਿਹਾਂਗਾ। ਕਹੋ ਨਾਨਕ ਹਰਿ ਭਜ ਮਨਾ, ਜਿਹ ਬਦ ਜਲ ਕੋ ਮੀਨ। ਤੂੰ ਇੰਨੀ ਤੜਪ ਦੇ ਨਾਲ, ਇੰਨੀ ਤਾਂਘ ਦੇ ਨਾਲ ਪਰਮਾਤਮਾ ਦੇ ਗੁਣ ਗਾ, ਜਿਵੇਂ ਮੱਛੀ ਪਾਣੀ ਦੇ ਨਾਲ ਆਪਣਾ ਮਿਲਾਪ ਰੱਖਦੀ ਹੈ। ਇੱਥੇ ਉਦਾਹਰਨ ਮੱਛੀ ਦੀ ਲੈਤੀ ਆ, ਨਾ ਕਿ ਕੱਛੂ ਕੁੰਮੇ ਦੀ, ਕਿਉਂਕਿ ਕੱਛੂ ਕੁੰਮੇ ਦਾ ਸੁਭਾਅ ਆ, ਉਹ 5-4 ਦਿਨ ਪਾਣੀ 'ਚ ਵੀ ਰਹਿ ਸਕਦਾ ਤੇ 5-4 ਦਿਨ ਬਾਹਰ ਵੀ ਜਾ ਸਕਦਾ ਗਾ। ਬਾਹਰ ਵੀ ਉਹਦੀ ਜਿੰਦ ਨੂੰ ਕੋਈ ਖਤਰਾ ਨਹੀਂ, ਪਾਣੀ ਵਿੱਚ ਵੀ ਕੋਈ ਖਤਰਾ ਨਹੀਂ ਹੈ। ਉਦਾਹਰਨ ਉਹਨਾਂ ਜੀਵਾਂ ਦੀ ਵੀ ਜਿਹੜੇ ਪਾਣੀ 'ਚ ਵੀ ਰਹਿੰਦੇ ਤੇ ਪਾਣੀ ਤੋਂ ਬਾਹਰ ਵੀ ਚਲੇ ਜਾਂਦੇ ਆ। ਸਾਡਾ ਸੁਭਾਅ ਮੱਸਿਆ, ਸੰਗਰਾਂਦ, ਦਸਵੀਂ ਪੁੰਨਿਆਂ ਤੇ ਆਉਣ ਦਾ ਨਹੀਂ, ਰੱਬ ਦੇ ਗੁਣ ਗਾਉਣੇ, ਮਿੱਥੇ ਦਿਨਾਂ ਤੇ ਨਹੀਂ। ਭਾਵ ਰੋਜ਼ ਆਪਣੀ ਜ਼ਿੰਦਗੀ 'ਚ ਉਹ ਪਰਮਾਤਮਾ ਦੇ ਗੁਣਾਂ ਨੂੰ ਕਿਰਤ ਤੇ ਕੀਰਤੀ ਦੇ ਰੂਪ ਵਿੱਚ ਮੰਨਣਾ। ਛਿੱਟਾ ਕੀ ਨਿਕਲਿਆ ਆ ਕਿ ਅਸੀਂ ਪਰਮਾਤਮਾ ਦੇ ਗੁਣ ਮੱਛੀ ਤੋਂ ਸੇਧ ਲੈ ਕੇ ਗਾਉਣੇ ਹਨ। ਦੂਸਰਾ ਸ਼ਲੋਕ, ਫਿਰ ਪਾਤਸ਼ਾਹ ਜੀ ਦੂਜੇ ਸ਼ਲੋਕ ਵਿੱਚ ਜ਼ਿਕਰ ਕਰਦੇ ਨੇ, ਵਿਖਿਆਨ ਸਿਉ ਕਾਹੇ ਰਚਿਓ, ਵਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਕਹੋ ਨਾਨਕ ਭਜ ਹਰ ਮਨਾ, ਪਰੈ ਨ ਜਮ ਕੀ ਫਾਂਸ। ਦੂਸਰੇ ਸ਼ਲੋਕ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਜ਼ਿਕਰ ਕਰਦੇ ਨੇ ਵਿਖਿਆਨ। ਵਿਖਿਆਨ ਦਾ ਅਰਥ ਹੈ ਕਿ ਵਿਕਾਰਾਂ ਨਾਲ ਕਿਉਂ ਰਚਿਆ ਮਿਚਿਆ ਪਿਆ ਤੂੰ। ਭਾਵ ਤੂੰ ਆਪਣੀ ਜ਼ਿੰਦਗੀ ਵਿੱਚ ਜ਼ਹਿਰ ਨਾਲ ਕਿਉਂ ਸੰਬੰਧ ਜੋੜੀ ਬੈਠਾ। ਆਪਣਾ ਜਿਹੜਾ ਸੰਬੰਧ ਆ ਨਾ, ਉਹ ਕਾਹਦੇ ਨਾਲ ਜੁੜ ਗਿਆ, ਵਿਖਿਆਨ ਜ਼ਹਿਰ ਦੇ ਨਾਲ ਜੁੜ ਗਿਆ। ਅੰਮ੍ਰਿਤ ਨਾਲ ਜੁੜਨ ਦੀ ਬਜਾਏ
ਜ਼ਹਿਰ ਦੇ ਨਾਲ ਜੁੜ ਚੁੱਕਿਆ ਗਾ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਵਿਸੇ ਵਿਕਾਰਾਂ ਵੱਲ ਕਿਉਂ ਫਸਿਆ ਪਿਆ ਭਾਈ, ਵਿਖਿਆਨ ਸਿਓ ਕਾਹੇ ਰਚਿਓ ਨਿਮਖ, ਇੱਕ ਅੱਖ ਦੇ ਫੋਰ ਜਿੰਨਾ ਸਮਾਂ ਵੀ ਤੂੰ ਪਿੱਛੇ ਹਟ ਕੇ ਵੇਖਿਆ ਨਹੀਂ। ਵੇਖ ਥੋੜਾ ਜਿਹਾ ਨਾ, ਅੱਖ ਦੇ ਫੋਰ ਜਿੰਨਾ ਵਕਤ, ਥੋੜੇ ਤੋਂ ਥੋੜਾ ਸਮਾਂ ਵੀ, ਭਾਵ ਤੂੰ ਥੋੜਾ ਜਿਹਾ ਸਾਈਡ ਤੋਂ ਦੇਖ, ਤੂੰ ਤਾਂ ਇੰਨਾ ਲੀਨ ਹੋ ਗਿਆ ਕਿ ਤੂੰ ਤਾਂ ਅੱਖ ਪੱਟ ਕੇ ਵੀ ਪਿੱਛੇ ਨਹੀਂ ਤੱਕਿਆ। ਕਹੋ ਨਾਨਕ ਭਜ ਹਰ ਮਨਾ ਪਰੈ ਨਾ ਜਮ ਕੀ ਫਾਸ। ਭਾਵ ਕੀ ਹੈ, ਤੂੰ ਪ੍ਰਭੂ ਪਰਮਾਤਮਾ ਦਾ ਸਿਮਰਨ ਭਜਨ ਕਰ ਤੇ ਜਮ ਦੀ ਫਾਸੀ ਤੋਂ ਬਚ ਜਾਵੇਗਾ। ਜਮਾਂ ਦੀ ਫਾਸੀ ਤੋਂ ਬਚ ਜਾਵੇਗਾ। ਨਹੀਂ ਕਿ ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮੈਂ ਸੂਕੈ। ਨਹੀਂ ਤੂੰ ਪਛਤਾਵੇਂਗਾ। ਦੇਖ ਲਾ, ਭਾਵ ਜੇ ਤੂੰ ਏਦਾਂ ਆਪਣੀ ਵਿਖਿਆਨ ਦੇ ਨਾਲ ਜ਼ਿੰਦਗੀ ਜੋੜ ਕੇ ਗੁਜ਼ਾਰੇਗਾ। ਫਿਰ ਆਪਾਂ ਨੂੰ ਪਤਾ ਦਸ਼ਮੇਸ਼ ਪਿਤਾ ਦਾ ਹੀ ਵਚਨ ਹੈ ਨਾ, ਏਕ ਚਿੱਤ ਜਿਹੇ ਏਕ ਛਿਨ ਧਿਆਇਓ, ਕਾਲ ਫਾਂਸ ਕੇ ਵੀਚ ਨਾ ਆਇਓ। ਇੱਕ ਚਿੱਤ ਇੱਕ ਛਿਨ, ਥੋੜਾ ਟਾਈਮ ਇੱਕ ਚਿੱਤ ਤੇ ਇੱਕ ਛਿਨ, ਥੋੜੇ ਟਾਈਮ ਦੇ ਵਿੱਚ ਤੂੰ ਪਰਮਾਤਮਾ ਨੂੰ ਯਾਦ ਕਰਕੇ ਦਾ ਵੇਖ ਲਾ, ਤੇ ਕਾਲ ਫਾਂਸ ਕੇ ਵਿੱਚ ਨਾ ਆਇਓ। ਕਾਲ ਮੀਨਜ ਮੌਤ, ਇੱਥੇ ਜਮ, ਜਮ ਰੂਪੀ ਮੌਤ, ਜੱਜਾ ਜਨਮ ਤੇ ਮੰਮਾ ਮੌਤ। ਹੁਣ ਇੱਥੇ ਪਾਤਸ਼ਾਹ ਨੇ ਕੀ ਦੱਸਿਆ ਹੈਗਾ, ਕਹਿੰਦੇ ਇਸ ਦੀ ਹਾਲਤ ਇਹ ਹੈ ਕਿ ਵਿਕਾਰਵਾਦ ਟੋਟ ਹੈ ਸਾਡੇ ਜੀਵਨ 'ਚ। ਕੀ ਹੈ, ਆਪਾਂ ਮੰਨ ਲਿਆ ਵੀ ਸਾਡਾ ਜੇ ਸੰਬੰਧ ਵਿਕਾਰਾਂ ਨਾਲ, ਵਿਖਿਆਨ ਨਾਲ, ਰਸਾਂ ਨਾਲ ਨਹੀਂ ਜੁੜੇਗਾ ਤੇ ਅਸੀਂ ਆਪਣੇ ਆਪ ਨੂੰ ਘਾਟਾ ਮਹਿਸੂਸ ਕਰਦੇ ਹਾਂ ਵੀ ਸਾਨੂੰ ਬਹੁਤ ਘਾਟਾ ਪੈ ਜਾਵੇਗਾ। ਫਿਲਮਾਂ ਵੇਖਣੀਆਂ ਘਾਟਾ ਪਵੇਗਾ, ਨਾਟਕ ਚਿਟਕ ਵੇਖਣੇ ਘਾਟਾ ਪਵੇਗਾ, ਵਾਧੂ ਦੀ ਚੈਟ ਕਰਨੀ ਘਾਟਾ ਪਵੇ, ਅਸੀਂ ਮੰਨਦੇ ਹਾਂ ਨਾ। ਫਿਰ ਕੀ ਹੈ, ਪਾਤਸ਼ਾਹ ਜੀ ਕਹਿੰਦੇ ਫਿਰ ਇਉਂ ਸਾਡਾ ਨਾ ਵਿਖਿਆਨ ਜ਼ਹਿਰ ਦੇ ਨਾਲ ਜੁੜ ਕੇ ਭਾਈ ਇਹ ਪੰਜ ਤੱਤਾਂ ਦਾ ਸਰੀਰ ਗਲ ਰਿਹਾ ਗਾ। ਪੰਜ ਤੱਤਾਂ ਦਾ ਸਰੀਰ ਖਤਮ ਹੋ ਰਿਹਾ ਗਾ, ਗਲ ਰਿਹਾ ਗਾ। ਭਾਵ ਅਸੀਂ ਇੰਨਾ ਅੱਗੇ ਲੰਘ ਗਏ ਤੇ ਸਾਨੂੰ ਪਿੱਛੇ ਮੁੜਨ ਦਾ ਹੁਣ ਵਕਤ ਆ ਜਿਹੜਾ ਉਹ ਨਹੀਂ ਮਿਲਿਆ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਤੂੰ ਥੋੜਾ ਜਿਹਾ ਨਾ ਪਿੱਛੇ ਮੁੜ ਕੇ ਵੇਖਣ ਦਾ ਯਤਨ ਕਰ। ਇਸ ਦੀ ਹਾਲਤ ਇਵੇਂ ਹੈ ਜਿਵੇਂ ਕੋਈ ਨਦੀ ਦੇ, ਮਤਲਬ ਸਾਡੀ ਹਾਲਤ ਇਵੇਂ ਹੈ ਜਿਵੇਂ ਕੋਈ ਨਦੀ ਦੇ ਅੱਧ ਵਿਚਕਾਰ ਜਾ ਕੇ ਥੱਕ ਗਿਆ। ਹੁਣ ਜੇ ਤਾਂ ਅੱਗੇ ਜਾਂਦਾ ਤਾਂ ਵੀ ਡੁੱਬੂਗਾ, ਥੱਕ ਗਿਆ ਨਾ, ਜੇ ਪਿਛਾਂਹ ਮੁੜਦਾ ਤਾਂ ਵੀ ਡੁੱਬੂਗਾ। ਹੁਣ ਸਾਡਾ ਜਿਹੜਾ ਸੁਭਾਅ ਇਦਾਂ ਦਾ ਬਣ ਗਿਆ, ਵਿਖਿਆਨ ਦੇ ਨਾਲ ਰਚ ਮਿਚ ਕੇ, ਵਿਕਾਰਾਂ ਦੇ ਨਾਲ ਰਚ ਮਿਚ ਕੇ, ਵੀ ਅਸੀਂ ਨਾ ਤਾਂ ਅੱਗੇ ਲੰਘਣ ਜੋਗੇ ਹਾਂ ਤੇ ਨਾ ਪਿੱਛੇ ਲੰਘਣ ਜੋਗੇ ਹਾਂ। ਪਰ ਗੁਰੂ ਨੇ ਸਾਨੂੰ ਚਾਂਸ ਦਿੱਤਾ, ਗੁਰੂ ਨੇ ਸਾਨੂੰ ਚਾਂਸ ਦਿੱਤਾ। ਕਹੋ ਨਾਨਕ ਭਜ ਤੂੰ ਬਹੁਤਾ ਭਜ ਮੀਤ, ਤੂੰ ਥੋੜਾ ਬਹੁਤਾ ਵੀ ਪਰਮਾਤਮਾ ਦਾ ਭਜਨ ਤਾਂਘ ਨਾਲ ਕਰ ਲਵੇਂ, ਮਛਲੀ ਵਾਂਗ ਆਪਣਾ ਸੁਭਾਅ ਬਣਾ ਕੇ ਕਰ ਲਵੇਂ। ਫਿਰ ਭਾਵ ਤੇਰੀ ਜ਼ਿੰਦਗੀ ਦੀ ਫਾਹੀ ਹੈ ਜਿਹੜੀ, ਜਮ ਦੀ ਫਾਹੀ ਹੈ ਜਿਹੜੀ, ਉਹ ਕੱਟੀ ਜਾਵੇਗੀ। ਇੱਥੇ ਥੋੜਾ ਜਿਹਾ ਮੈਂ ਸਿੱਧ ਕਰਨਾ ਚਾਹਾਂਗਾ ਜੋ ਮਤਬੁੱਧ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ, ਕਿ ਜਮ ਤੋਂ ਭਾਵ ਇਦਾਂ ਨਹੀਂ ਕੋਈ ਪੁੱਠੇ ਸਿੱਧੇ ਹੱਥਾਂ ਪੈਰਾਂ ਵਾਲਾ ਜਮ ਹੈ, ਭੂਤ ਪ੍ਰੇਤ ਵੀ ਉਹਨੂੰ ਆਪਾਂ ਜਮ ਕਹਿੰਦੇ ਹਾਂ। ਜਮ ਦਾ ਮਤਲਬ ਜੱਜਾ ਅਲੱਗ ਕਰ ਲਓ, ਮੰਮਾ ਅਲੱਗ ਕਰ ਲਓ। ਜੱਜਾ ਮੀਨਜ ਜਮ, ਜਨਮ, ਤੇ ਮੰਮਾ ਮੀਨਜ ਮਾਰਨਾ। ਤੇ ਇੱਥੇ ਸ਼ਾਰਟ ਕੀ ਹੈ, ਜਮ, ਦੋਨਾਂ ਅੱਖਰਾਂ ਨੂੰ ਮਿਲ ਕੇ ਬਣ ਗਿਆ ਜਮ। ਤੇ ਭਾਵ ਕੀ ਹੈ, ਜੰਮਣ ਮਰਨ ਤੋਂ ਬਚ ਜਾਵੇਗਾ। ਅੱਛਾ, ਉਹ ਜੰਮਣ ਮਰਨ ਕਿਹੜਾ ਹੈਗਾ? ਉਹ ਜੰਮਣ ਮਰਨ ਸਰੀਰ ਵਾਲਾ ਜੰਮਣ ਮਰਨ ਨਹੀਂ ਹੈ। ਇੱਕ ਵਾਰੀ ਆਪਾਂ ਜੰਮੇ ਆ ਤੇ ਇੱਕ ਵਾਰੀ ਆਪਾਂ ਨੂੰ ਸਰੀਰਕ ਤਲ ਤੇ ਮੌਤ ਆਵੇਗੀ। ਤੇ ਉਹ ਜਨਮ ਮਰਨ ਕਿਹੜਾ ਹੈਗਾ? ਉਹ ਹੈ ਸੁਰਤ ਕਰਕੇ ਰੋਜ਼ ਜੰਮਣਾ ਤੇ ਸੁਰਤ ਕਰਕੇ ਰੋਜ਼ ਮਰਨਾ। ਸੁਰਤ ਕਰਕੇ ਭਾਵ ਜਿਉਂ-ਜਿਉਂ ਸਾਡਾ ਸੁਭਾਅ ਬਦਲੀ ਜਾਵੇਗਾ, ਤਿਉਂ-ਤਿਉਂ ਅਸੀਂ ਅਲੱਗ-ਅਲੱਗ ਜੂਨ 'ਚ ਪ੍ਰਵੇਸ਼ ਕਰੀ ਜਾਂਦੇ ਹਾਂ। ਅਲੱਗ-ਅਲੱਗ ਜੂਨ 'ਚ ਪ੍ਰਵੇਸ਼ ਕਰਦੇ ਹਾਂ। ਅਸੀਂ ਕਿਵੇਂ ਪ੍ਰਵੇਸ਼ ਕਰਦੇ ਹਾਂ? ਮੰਨ ਲਵੋ ਵੀ ਸਾਡੇ ਅੰਦਰ ਲੋਭ ਪੈਦਾ ਹੋ ਗਿਆ। ਮੰਨ ਲਓ ਉਦਾਹਰਨ, ਲੋਭ ਪੈਦਾ ਹੋ ਗਿਆ, ਸੰਖੇਪ ਵਿਚਾਰ, ਲੋਭ ਪੈਦਾ ਹੋ ਗਿਆ ਤੇ ਲੋਭ ਨੂੰ ਗੁਰਬਾਣੀ 'ਚ ਕੀ ਕਿਹਾ ਹੈਗਾ? ਲੱਭ ਕੁੱਤਾ, ਤੇ ਅਸੀਂ ਕੁੱਤੇ ਦੀ ਜੂਨੀ 'ਚ ਵਗ ਗਏ। ਸਾਡੇ ਅੰਦਰ ਰਿਸ਼ਤਿਆਂ ਦੀ ਪਹਿਚਾਣ ਖਤਮ ਹੋ ਗਈ, ਰਿਸ਼ਤਿਆਂ ਦੀ ਪਹਿਚਾਣ ਖਤਮ ਹੋ ਗਈ। ਕੌਣ ਮੇਰੀ ਭੈਣ ਆ, ਕੌਣ ਮੇਰੀ ਧੀ ਆ, ਕੌਣ ਮੇਰੀ ਮਾਂ ਦਾ ਰੂਪ ਆ। ਰਿਸ਼ਤਿਆਂ ਦੀ ਪਹਿਚਾਣ ਖਤਮ ਹੋ ਗਈ ਤੇ ਰਿਸ਼ਤਿਆਂ ਦੀ ਪਹਿਚਾਣ ਪਸ਼ੂ ਵਰਗ 'ਚ ਹੈ ਨਹੀਂ। ਤੇ ਅਸੀਂ ਕੀ ਨਾਲ ਦੀ ਨਾਲ ਬਣ ਗਏ, ਉਹ ਆਪਣੇ ਆਪ ਨੂੰ ਜਿਹੜਾ ਮਰਜ਼ੀ ਪਸ਼ੂ ਸਵੀਕਾਰ ਕਰ ਲਓ। ਹਾਥੀ ਮੰਨ ਲਓ, ਮੱਝ, ਗਾਂ, ਬੱਕਰੀ, ਜੋ ਮਰਜ਼ੀ ਮੰਨ ਲਓ। ਮੇਰੇ ਕਹਿਣ ਤੋਂ ਮੁਰਾਦ ਸੰਖੇਪ ਵੀ ਜਦੋਂ ਸਾਡੀ ਸੁਰਤ 'ਚ ਪਰਾਏ ਵਿਖਿਆ ਨਾਲ ਸੰਬੰਧਿਤ ਵਿਚਾਰ ਬਣਦੇ ਜਾਣਗੇ, ਘਟੀਆ ਵਿਚਾਰ ਬਣਦੇ ਜਾਣਗੇ, ਉਹ ਵਿਚਾਰਾਂ ਦੇ ਅਧੀਨ ਪਰ
ਉਹਨਾਂ ਦੇ ਵੱਸ ਹੋ ਕੇ ਅਸੀਂ ਨਾ ਉਵੇਂ ਉਵੇਂ ਜੂਨ 'ਚ ਪ੍ਰਵੇਸ਼ ਕਰਦੇ ਰਵਾਂਗੇ। ਉਹਨਾਂ ਜੂਨਾਂ ਤੋਂ ਸਾਡਾ ਖਹਿੜਾ ਛੁੱਟ ਜੂਗਾ। ਅੰਤ ਕਾਲ ਜੂ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਅਵਤਰੈ। ਅੰਤ ਕਾਲ ਜੋ ਪਾਤਸ਼ਾਹ ਨੇ ਕਿਹਾ ਨਾ ਲక్ష్ਮੀ ਸਿਮਰੈ, ਜਿਹੜਾ ਭਾਵ ਉਹਦੇ ਰਟਣ 'ਚ ਪੈ ਗਿਆ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਅੰਤ ਕਾਲ ਜੋ ਪਾਤਸ਼ਾਹ ਨੇ ਕਿਹਾ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਭਾਵ ਜਿਵੇਂ ਜਿਵੇਂ ਤੂੰ ਸਿਮਰਨ ਕਰੇਗਾ, ਭਾਵ ਵਿਖਿਆਨ ਦੇ ਵਿੱਚ ਜੁੜ ਕੇ ਜਿਵੇਂ ਜਿਵੇਂ ਤੂੰ ਜਾਵੇਂਗਾ ਨਾ, ਉਵੇਂ ਉਵੇਂ ਜੂਨਾਂ 'ਚ ਬਦਲਦਾ ਜਾਵੇਂਗਾ। ਗੁਰੂ ਨੇ ਉਹ ਸੁਰਤ ਕਰਕੇ ਜੰਮਣ ਮਰਨ ਤੋਂ ਸਾਡਾ ਖਹਿੜਾ ਛਡਵਾ ਦੇਣਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੁਕਤ ਹੋ ਗਏ ਅਸੀਂ। ਸੋ ਆਪਾਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਵੀ ਅਸੀਂ ਜਿਹਦੇ ਵਿੱਚ ਮੁਕਤੀ ਦਾ ਸਾਧਨ ਲੱਭ ਰਹੇ ਹਾਂ। ਸੰਖੇਪ ਵਿਖਿਆਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੈ ਨਾ ਜਮ ਕੀ ਫਾਸ। ਤੂੰ ਵਿਸ਼ੇ ਵਿਕਾਰਾਂ ਵੱਲ ਕਿਉਂ ਫਸਿਆ ਹੋਇਆ, ਕਿਉਂ ਖਚਤ ਹੋਇਆਗਾ। ਇੱਕ ਮੋਹਤ ਭਰ ਵੀ, ਇੱਕ ਥੋੜੇ ਤੋਂ ਥੋੜਾ ਟਾਈਮ ਵੀ ਉਪਰਾਮ ਨਹੀਂ ਹੁੰਦਾ। ਤੂੰ ਦੇਖ ਗੁਰੂ ਜੀ ਆਖਦੇ ਹਨ ਕਿ ਹਰੀ ਦਾ ਭਜਨ ਕਰ ਬੰਦੇ, ਜੋ ਮੌਤ ਦੀ ਫਾਹੀ ਤੋਂ ਤੈਨੂੰ ਬਚਾ ਲਵੇਗਾ, ਮੌਤ ਦੀ ਫਾਹੀ ਤੋਂ ਤੈਨੂੰ ਖਹਿੜਾ ਛਡਵਾ ਲਵੇਗਾ। ਫਿਰ ਪਾਤਸ਼ਾਹ ਜੀ ਨੇ ਇੱਕ ਛੋਟੀ ਜਿਹੀ ਉਦਾਹਰਨ ਇੱਥੇ ਦਿੱਤੀ ਆ, ਤੇ ਕਈ ਵਾਰ ਨਾ ਪਿੰਜਰੇ 'ਚ ਬੰਦ ਤੋਤਾ, ਇੱਕ ਛੋਟੀ ਜਿਹੀ ਉਦਾਹਰਨ ਆ, ਜੇ ਆਪਾਂ ਉਹਨੂੰ ਵੇਖੀਏ ਤਾਂ ਉਹ ਆਪਣਾ ਪਿੰਜਰੇ ਨਾਲੋਂ ਖਹਿੜਾ ਛਡਵਾਉਣਾ ਨਹੀਂ ਚਾਹੁੰਦਾ। ਸਾਡਾ ਸੁਭਾਅ ਵੀ ਇਸੇ ਤਰ੍ਹਾਂ ਹੀ ਆ, ਕਿੰਨਾ ਕਹੀ ਜਾਓ ਨਹੀਂ ਅਸੀਂ ਮੰਨਾਂਗੇ। ਸਾਡਾ ਅੰਦਰ ਕੁਛ ਹੋਰ ਕਹਿੰਦਾ, ਬਾਹਰੋਂ ਕੁਛ ਹੋਰ ਆ। ਹੁਣ ਪਿੰਜਰੇ 'ਚ ਬੰਦ ਤੋਤਾ ਜਿਹੜਾ, ਉਹਨੂੰ ਜਦੋਂ ਪਿੰਜਰੇ 'ਚੋਂ ਆਪਾਂ ਬਾਹਰ ਕੱਢਾਂਗੇ ਤਾਂ ਉਹ ਨਹੀਂ ਨਿਕਲਦਾ, ਉਹ ਠੁੰਗਾ ਮਾਰਦਾ, ਨੌਂਦਣਾ ਮਾਰਦਾ ਤੇ ਪਿੰਜਰੇ ਦਾ ਖਹਿੜਾ ਨਹੀਂ ਛੱਡਦਾ। ਕੋਈ ਰੱਬ ਦਾ ਪਿਆਰਾ ਆਉਂਦਾ, ਉਹ ਕਹਿੰਦਾ ਇਉਂ ਨਹੀਂ ਇਹ ਬਾਹਰ ਨਿਕਲਦਾ, ਇਉਂ ਨਹੀਂ ਨਾਤਾ ਟੁੱਟੇਗਾ ਇਹਦਾ, ਸਭ ਤੋਂ ਪਹਿਲਾਂ ਇਹਦਾ ਪਿੰਜਰਾ ਖਤਮ ਕਰਨਾ ਪਊਗਾ। ਤੇ ਜਦੋਂ ਪਿੰਜਰਾ ਖਤਮ ਹੋ ਗਿਆ ਨਾ, ਫਿਰ ਉਹਨੂੰ ਫੜ ਕੇ ਉਹਦੀਆਂ ਉਡਾਰੀਆਂ ਮਰਵਾਉਣੀਆਂ ਪੈਣੀਆਂ। ਕਿਉਂ? ਕਿਉਂਕਿ ਉਹਦੇ ਖੰਭਾਂ ਦੀ ਉਡਾਨ ਆ ਜਿਹੜੀ ਉਹ ਖਤਮ ਹੋ ਚੁੱਕੀ ਆ। ਖੰਭਾਂ ਦੀ ਉਡਾਨ ਖਤਮ ਹੋ ਗਈ ਨਾ, ਇਸ ਕਰਕੇ ਉਹਨੂੰ ਉਡਾਰੀਆਂ ਮਾਰਨ ਦੇ ਲਈ ਸਿਖਾਉਣਾ ਪਵੇਗਾ। ਸੋ ਮੈਂ ਸਮਝਦਾ ਉਹ ਸੁਤੰਤਰਤਾ ਦੇ ਬਾਨੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਆ, ਜਿਹੜੀ ਅੱਜ ਨਿੱਕੇ ਨਿੱਕੇ ਬੱਚਿਆਂ ਨੂੰ, ਵੱਡੇ ਵੱਡਿਆਂ ਨੂੰ, ਛੋਟੇ ਛੋਟਿਆਂ ਨੂੰ ਨਾ ਉਡਾਰੀਆਂ ਮਾਰਨ ਸਿਖਾਉਂਦੀ ਆ। ਪਿੰਜਰਾ ਤੋੜਤਾ, ਸ਼ਰਾਬ ਦਾ ਪਿੰਜਰਾ ਤੋੜ ਦੋ, ਵਿਕਾਰਾਂ ਦਾ ਪਿੰਜਰਾ ਤੋੜ ਦੋ, ਧਾਗੇ ਤਵੀਤਾਂ ਦਾ ਪਿੰਜਰਾ ਤੋੜ ਦੋ, ਪਿੰਜਰਾ ਤੋੜ ਕੇ ਉਡਾਰੀਆਂ ਮਾਰਨ ਸਿਖਾ ਰਹੇ ਨੇ। ਸੋ ਗੁਰੂ ਕਿਰਪਾ ਕਰੇ, ਫਿਰ ਸਾਡੀ ਗਵਾਚੀ ਹੋਈ ਉਡਾਰੀ ਉਹ ਆ ਜਾਵੇਗੀ। ਜਦੋਂ ਉਡਾਰੀ ਆ ਗਈ ਨਾ, ਫਿਰ ਅਸੀਂ ਭੂਮੀਏ ਚੋਰ ਤੋਂ ਭਾਈ ਭੂਮੀਆ ਜੀ ਬਣ ਜਾਾਂਗੇ, ਸਦਣੇ ਕਸਾਈ ਤੋਂ ਭਗਤ ਸਦਨਾ ਜੀ ਬਣ ਜਾਾਂਗੇ, ਸੱਜਣ ਠੱਗ ਤੋਂ ਭਾਈ ਸੱਜਣ ਜੀ ਬਣ ਜਾਾਂਗੇ। ਸਾਡੇ ਤੇ ਫਿਰ ਆ ਗੁਰੂ ਦੀ ਬਖਸ਼ਿਸ਼ ਹੋਣੀ ਆ, ਜਦੋਂ ਅਸੀਂ ਵਿਖਿਆਨ ਨੂੰ ਛੱਡ ਕੇ ਅੰਮ੍ਰਿਤ ਨਾਲ ਜੁੜ ਗਏ। ਠੀਕ ਹੈ ਨਾ। ਇਸ ਕਰਕੇ ਫਿਰ ਪਾਤਸ਼ਾਹ ਜੀ ਕਹਿੰਦੇ ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਅਸੀਂ ਨਾਮ ਮਹਾਰਸ ਪੀਣਾ ਹੈ, ਫਿਰ ਅਸੀਂ ਆਪਣੀ ਆਪ ਦੀ ਮਤਲਬ ਕਿ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ, ਫਾਹੇ ਤੋਂ ਖਹਿੜਾ ਛਡਵਾ ਲਵਾਂਗੇ। ਨਿਚੋੜ ਕੀ ਆ, ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਥੋੜਾ ਬਹੁਤਾ ਟਾਈਮ ਵੀ ਉਹ ਪਰਮਾਤਮਾ ਦੇ ਵੱਲ ਲਾਉਣਾ ਸ਼ੁਰੂ ਕਰ ਦੇ, ਲਾਈ ਚੱਲ ਬਖਸ਼ਿਸ਼ ਜ਼ਰੂਰ ਹੋਵੇਗੀ। 3 ਨੰਬਰ ਫਿਰ ਪਾਤਸ਼ਾਹ ਨੇ ਜ਼ਿਕਰ ਕੀਤਾ ਤਰ ਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਤਰਨਾਪੋ ਦਾ ਅਰਥ ਹੈ ਜਵਾਨੀ ਦਾ ਸਮਾਂ। ਤਰਨਾਪੋ ਤਰਨ ਵਾਲਾ ਸਮਾਂ। ਜਵਾਨੀ ਕੀ ਹੁੰਦੀ, ਜਦੋਂ ਆਪਾਂ ਤੈਰਦੇ ਹਾਂ। ਜੋ ਕਈ ਵਾਰ ਨਾ ਆਪਾਂ ਨੂੰ ਸਿਆਣੇ ਬਜ਼ੁਰਗ ਕਹਿੰਦੇ ਆ, ਦੇਖ ਕਿਵੇਂ ਹਵਾ ਵਾਂਗੂ ਭੱਜਿਆ ਫਿਰਦਾ ਗਾ, ਤੇ ਹਵਾ ਵਾਂਗੂ ਭੱਜਣ ਦਾ ਇਸ਼ਾਰਾ ਕਿ ਕਿਵੇਂ ਤਰਦਾ ਫਿਰਦਾ ਗਾ। ਤਰਨਾਪੋ ਇਉਂ ਹੀ ਗਇਓ, ਜਿਹੜਾ ਉਹ ਹਵਾ ਵਾਂਗੂ ਤਰਨ ਵਾਲਾ ਸਮਾਂ ਸੀ ਨਾ, ਉਹ ਤਾਂ ਝਟਫਟ ਹੀ ਲੰਘ ਗਿਆ, ਝਟਫਟ, ਮਿੰਟੋ ਮਿੰਟ। ਤੇ ਆਪਾਂ ਸਾਰੇ ਹੀ ਕਹਿੰਦੇ ਆ ਲੈ ਕੱਲ ਛੋਟੀ ਉਮਰ ਸੀ, ਬਚਪਨ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਲੰਘ ਗਈ, ਅੱਜ ਜਵਾਨੀ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਲੰਘ ਗਈ, ਤੇ ਬੁਢੇਪਾ ਉੱਥੇ ਆ ਕੇ ਕੰਮ ਅੜ ਜਾਂਦਾ। ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਮੈਂ ਕੱਲੇ ਕੱਲੇ ਅੱਖਰ ਥੋੜਾ ਥੋੜਾ ਦੱਸ ਦੇਵਾਂ। ਤਰਨਾਪੋ ਦਾ ਅਰਥ ਜਵਾਨੀ ਦਾ ਸਮਾਂ, ਇਉਂ ਹੀ ਗਇਓ ਇਉਂ ਬੀਤ ਗਿਆ, ਲਿਓ ਜਰਾ ਤਨ ਜੀਤ, ਤੇ ਤੇਰੇ ਤੇ ਬੁਢੇਪਾ ਆ ਵੜਿਆ, ਤੇ ਬੁਢੇਪੇ ਨੇ ਤੈਨੂੰ ਜਿੱਤ ਲਿਆ। ਜਿੱਤ ਲਿਆ ਬੁਢੇਪੇ ਨੇ, ਤੇ ਹੁਣ ਬੁਢੇਪੇ 'ਚ ਕੁਛ ਨੀ ਪੱਲੇ ਪਵੇਗਾ। ਨੈਣੋ ਨੀਰ ਬਾਹੈ ਤਨ ਖੀਨਾ ਭੈ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨੀ ਉਚਰੇ ਅਬ ਕਿਆ ਕਰਹਿ ਪ੍ਰਾਨੀ। ਹੁਣ ਬੰਦੇ ਫਿਰ ਤੇਰੇ ਹੱਥ ਵਿੱਚ ਕੀ ਹੈ, ਗੌਰ ਕਰ। 9ਵੇਂ ਪਾਤਸ਼ਾਹ ਕਹਿੰਦੇ ਫਿਰ ਕਹੋ ਨਾਨਕ ਭਜ ਹਰ ਮਨਾ, ਔਦ ਉਮਰ ਜਾਤ ਹੈ ਬੀਤ, ਬੀਤ ਜਹ ਜਨਮ ਆਕਾਜ ਰੇ। ਇਹ ਨਦੀ ਦੇ ਬਹਾਵ ਵਾਂਗੂ ਨਾ ਤੇਰੀ ਉਮਰ ਬੀਤਦੀ ਜਾਂਦੀ ਹੈ। ਔਦ ਜਾਤ ਹੈ ਬੀਤ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਤੇਰੀ ਉਮਰ ਨਾ ਬੀਤਦੀ ਜਾਂਦੀ ਹੈ, ਤੇਰੇ ਕਿਸੇ ਵੀ ਚੀਜ਼ ਨੇ ਕੰਮ ਨਹੀਂ। ਸਾਨੂੰ 3 ਅਵਸਥਾਵਾਂ ਦਿੱਤੀਆਂ ਨੇ ਜਵਾਨੀ ਦੀਆਂ, ਬਚਪਨ, ਜਵਾਨੀ ਤੇ ਬੁਢੇਪਾ ਮਨੁੱਖਾ ਜ਼ਿੰਦਗੀ 'ਚ।
ਬਚਪਨ ਵੀ ਬਹੁਤ ਛੇਤੀ ਗੁਜ਼ਰਿਆ, ਜਵਾਨੀ ਵੀ ਬਹੁਤ ਛੇਤੀ ਗੁਜ਼ਰੀ। ਜਵਾਨੀ ਬੜੀ ਆਨੰਦਮਈ ਸੀ, ਤਾਂਹੀਓ ਸਾਨੂੰ ਪਤਾ ਨਹੀਂ ਲੱਗਿਆ। ਕੁਦਰਤੀ ਗੱਲ ਆ, ਕੋਈ ਰਸਮਈ ਗੱਲ ਹੋਵੇ, ਸੁਣਦਿਆਂ ਟਾਈਮ ਭਾਵੇਂ 2 ਘੰਟੇ ਹੋ ਜਾਣ, ਕੀ ਲੱਗੂ ਲੈ ਹਜੇ ਹੁਣ ਸ਼ੁਰੂ ਕੀਤੀ ਸੀ। ਤੇ ਜਿਸ ਵਸਤੂ 'ਚ ਰਸ ਨਾ ਹੋਵੇ ਤੇ ਉਹ 2 ਮਿੰਟਾਂ ਬਾਅਦ ਹੀ ਪਾਸੇ ਮਾਰਨ ਲੱਗ ਜਾਂਦੇ। ਮੰਨ ਲਓ ਫਿਲਮ ਦੇਖਦੇ ਆਂਗੇ, ਉਦਾਹਰਨ ਇੱਕ ਨਾਟਕ 'ਚ ਕੋਈ ਕਿਸੇ ਤਰ੍ਹਾਂ ਦਾ ਕੁਛ ਦੇਖ ਰਹੇ ਅੱਖਾਂ ਦੇ ਨਾਲ, ਰਸ ਬਣ ਗਿਆ, ਮਤਲਬ ਦੁਨਿਆਵੀ ਰਸ ਬਣ ਗਿਆ, ਟਾਈਮ ਦਾ ਪਤਾ ਨਹੀਂ ਲੱਗਿਆ ਹੈਗਾ। ਰਸ ਨਹੀਂ ਬਣਿਆ ਤੇ ਸਾਨੂੰ ਓਪਰਾ ਲੱਗਦਾ ਹੈਗਾ। ਜਵਾਨੀ 'ਚ ਇੰਨਾ ਕੁ ਅਸੀਂ ਲੀਨ ਹੋ ਗਏ ਵਿਖਿਆਨ ਰਸਾਂ ਦੇ ਵਿੱਚ, ਪਤਾ ਹੀ ਨਹੀਂ ਲੱਗਿਆ ਕਿਵੇਂ ਲੰਘ ਗਈ, ਕਦੋਂ ਲੰਘ ਗਈ। ਤੇ ਬੁਢੇਪੇ 'ਚ ਰਸ ਟੁੱਟ ਗਿਆ ਤੇ ਉੱਥੇ ਕੰਮ ਅੜ ਗਿਆ। ਹੁਣ ਇੱਥੇ ਇਸ਼ਾਰਾ ਕੀ ਆ, ਜਦੋਂ ਬੁਢੇਪੇ ਵਿੱਚ ਪਹੁੰਚੇ ਨਾ, ਅੱਖ ਉਦੋਂ ਖੁੱਲੀ ਆ, ਅੱਖ ਉਦੋਂ ਖੁੱਲੀ ਆ ਸਾਡੀ। ਤੇ ਜਿਹੜੀ ਅੱਖ ਉਦੋਂ ਖੁੱਲੀ ਆ ਤੇ ਉਦੋਂ ਉਸ ਟਾਈਮ ਤੇ ਬੁਢੇਪੇ ਨੇ, ਮੌਤ ਨੇ ਕਹਿ ਲਓ, ਨੇੜੇ ਆ ਕੇ ਘੰਟੀ ਖੜਕਾਤੀ ਸੀ ਵੀ ਮੈਂ ਦਰਵਾਜ਼ੇ ਤੇ ਖੜਾ, ਕੋਈ ਗੱਲ ਨਹੀਂ, ਏਦੂ ਬਾਅਦ ਕੁਛ ਨਹੀਂ ਆਊ ਤੇਰੇ ਤੇ। ਬਚਪਨ ਤੋਂ ਬਾਅਦ ਆਸ ਆ ਜਵਾਨੀ ਦੀ, ਜਵਾਨੀ ਤੋਂ ਬਾਅਦ ਚਲੋ ਮੰਨ ਲਓ ਵੀ ਆਸ ਆ ਅੱਧ ਖੜ ਉਮਰ ਦੀ, ਤੇ ਅੱਧ ਖੜ ਉਮਰ ਤੋਂ ਬਾਅਦ ਆਸ ਥੋੜੀ ਬਹੁਤੀ ਕਿਸੇ। ਬੁਢੇਪੇ ਦੇ ਵਿੱਚ ਜੇ ਸਾਡੇ ਤੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਤੇ ਸਾਡੀ ਹਿੰਮਤ ਹੋਵੇ, ਗੁਰਮੁਖ ਬੁੱਢੇ ਕਦੇ ਨਾਹੀਂ, ਉਹ ਅਵਸਥਾ ਕਾਸ਼ ਕਦੇ ਬਣ ਜਾਵੇ, ਤਾਂ ਅਸੀਂ ਉਸ ਟਾਈਮ ਤੇ ਵੀ ਕੁਛ ਪ੍ਰਾਪਤ ਕਰ ਸਕਦੇ ਹਾਂ। ਤਾਂ ਉਸ ਟਾਈਮ ਤੇ ਸਾਡੇ ਤੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ। ਕਹਿੰਦੇ ਤੂੰ ਬੁਢੇਪੇ ਦੇ ਵਿੱਚ ਜਾ ਕੇ ਜਦੋਂ ਵੀ ਵੇਖੇਂਗਾ ਵੀ ਮੇਰੀ ਉਮਰ ਆ ਜਿਹੜੀ ਉਹ ਲੰਘ ਚੁੱਕੀ ਹੈ, ਸਮਾਂ ਜਿਹੜਾ ਬਤੀਤ ਹੋ ਚੁੱਕਿਆ ਗਾ, ਤਾਂ ਉਸ ਟਾਈਮ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ, ਗੁਰੂ ਗਿਆਨ ਸਦਕਾ ਤੇਰੇ ਤੇ ਏਦਾਂ ਦਾ ਪੱਖ ਬਣ ਸਕਦਾ ਵੀ ਤੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵਿੱਚੋਂ, ਇਉਂ ਕਹਿ ਲਓ ਉਹਨਾਂ ਦੇ ਜੀਵਨ ਦੇ ਘੜੇ ਵਿੱਚੋਂ ਪਾਣੀ ਲੈ। ਉਹ ਪਾਣੀ ਕਿਹੜਾ ਗਾ? ਗਿਆਨ ਦਾ। ਉਹ ਪਾਣੀ ਕਿਹੜਾ ਹੈ? ਸ਼ਬਦ ਦੀ ਵਿਚਾਰ ਦਾ। ਉਹ ਪਾਣੀ ਕਿਹੜਾ ਹੈ? ਸਿਆਣਪ ਦਾ, ਵਿਵੇਕ ਬੁੱਧ ਦਾ ਪਾਣੀ ਹੈ। ਉਹ ਵਿਵੇਕ ਬੁੱਧ ਦੇ ਪਾਣੀ ਨੇ ਉੱਥੇ ਜਾ ਕੇ ਕੰਮ ਕਰ ਸਕਦਾ। ਤੇ ਕਈ ਵਾਰ ਏਦਾਂ ਹੁੰਦਾ ਵੀ ਉਮਰ ਬਹੁਤ ਲੰਮੇਰੀ ਹੋ ਜਾਂਦੀ ਆ, ਪਰ ਵਿਵੇਕ ਬੁੱਧ ਨਾ ਹੋਣ ਕਰਕੇ ਤੇ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਅਸਫਲ ਹੋ ਜਾਂਦੀ ਆ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਇਸ ਪਾਵਨ ਬਾਣੀ ਦੇ ਸ਼ਬਦ ਅਗਲੇ ਦਾ ਨਿਚੋੜ ਇਹੀ ਦਿੱਤਾ ਗਾ ਕਿ ਇਹ ਸੱਚ ਹੈ ਕਿ ਬਚਪਨ ਕਿਸੇ ਗੁਰਮੁਖ ਮਾਂ ਦੀ ਗੋਦ ਵਿੱਚ ਗੁਜ਼ਰੇ, ਜਵਾਨੀ ਸਤਿਗੁਰੂ ਦੀ ਗੋਦ ਵਿੱਚ ਗੁਜ਼ਰੇ ਤੇ ਬੁਢੇਪੇ ਵਿੱਚ ਬੰਦਾ ਕਦੇ ਦੁਖੀ ਨਹੀਂ ਹੋਵੇਗਾ। ਬੁਢੇਪਾ ਉਹਨਾਂ ਦਾ ਆਪਣੇ ਆਪ ਸੰਭਲ ਜਾਵੇਗਾ। ਫਿਰ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਵੀ ਦਿੱਤਾ ਨਾ, ਅਜਹੂ ਕਛ ਵਿਗਰਿਓ ਨਹੀਂ, ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਸੋ ਗੁਰੂ ਕਿਰਪਾ ਕਰੇ। ਫਿਰ ਪਾਤਸ਼ਾਹ ਨੇ ਦੱਸਿਆ ਆਪਣੀ ਗੁਰਮੁਖ ਮਾਂ ਦੀ ਗੋਦ ਵਿੱਚ ਗੁਜ਼ਾਰ, ਜਵਾਨੀ ਗੁਰੂ ਦੀ ਗੋਦ ਚ ਗੁਜ਼ਾਰ, ਤੇ ਬੁਢੇਪਾ ਆਪਣੇ ਆਪ ਸਫਲ ਹੋਵੇਗਾ। ਤੇ ਸ਼ਬਦ ਕੀ ਸੀਗਾ? ਪਾਤਸ਼ਾਹ ਨੇ ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਤੇਰੀ ਉਮਰ ਬਤੀਤ ਹੁੰਦੀ ਜਾਂਦੀ ਆ ਤੇ ਆਪਣੇ ਆਪ ਨੂੰ ਤੂੰ ਗੁਰੂ ਦੇ ਨੇੜੇ ਲਾ। ਅਗਲਾ ਸ਼ਲੋਕ, ਅਗਲੇ ਸ਼ਲੋਕ ਦੇ ਵਿੱਚ ਪਾਤਸ਼ਾਹ ਨੇ ਕਿਰਪਾ ਕੀਤੀ ਹੈ, 4 ਨੰਬਰ ਸ਼ਲੋਕ, ਵਿਰਧ ਭਇਓ ਸੂਝੈ ਨਹੀਂ। ਪਾਤਸ਼ਾਹ ਨੇ ਜ਼ਿਕਰ ਕੀਤਾ ਵਿਰਧ ਅਰਥ ਬੁਢੇਪਾ। ਵਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਾਲ ਮੀਨਜ ਮੌਤ, ਨੇੜੇ ਆ ਵੜਿਆ। ਉੱਥੇ ਬੁਢੇਪਾ ਨੇੜੇ ਆਇਆ ਸੀ, ਇੱਥੇ ਕਾਲ ਨੇੜੇ ਆ ਵੜਿਆ। ਤੇਰੇ ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਤੂੰ ਬੁੱਢਾ ਹੋ ਗਿਆ ਹੈ, ਭਾਵ ਤੈਨੂੰ ਨਜ਼ਰ ਨਹੀਂ ਆਉਂਦਾ, ਸਮਝ ਨਹੀਂ ਆਉਂਦੀ ਕਿ ਤੂੰ ਕਾਲ ਦੇ ਕਿੰਨਾ ਕੁ ਨੇੜੇ ਆ ਗਿਆ, ਮੌਤ ਦੇ ਕਿੰਨਾ ਕੁ ਨੇੜੇ ਆ ਗਿਆ। ਸੋ ਸਾਡੀ ਢੀਠਤਾ ਇਹ ਦੱਸਦੀ ਆ, ਬੁੱਢਾ ਹੋ ਕੇ ਵੀ ਬੰਦਾ ਵਾਹਿਗੁਰੂ ਦੇ ਨੇੜੇ ਨਹੀਂ ਆਉਂਦਾ। ਸਾਡੀ ਢੀਠਤਾ, ਸਾਡੀ ਇਉਂ ਕਹਿ ਲਓ ਬੇਸ਼ਰਮੀ ਦੀ ਹੱਦ ਆ ਜਿਹੜੀ, ਉਹ ਟੱਪ ਜਾਂਦੇ ਅਸੀਂ ਅੱਜ ਦੇ ਸਮੇਂ 'ਚ, ਅੱਜ ਦੇ ਦੌਰ ਵਿੱਚ। ਆਪਾਂ ਆਮ ਹੀ ਵੇਖ ਸਕਦੇ ਹਾਂ ਬੁੱਢਿਆਂ ਦੀਆਂ ਕਰਤੂਤਾਂ। ਚਲੋ ਉਹ ਆਪਣਾ ਵਿਸ਼ਾ ਵੀ ਨਹੀਂ ਤੇ ਸਮਾਂ ਵੀ ਆਪਣੇ ਕੋਲੇ ਥੋੜਾ ਗਾ, ਕਿਉਂਕਿ 8 ਸ਼ਲੋਕਾਂ ਦੀ ਆਪਾਂ ਸੰਖੇਪ ਵਿਚਾਰ ਕਰਨੀ ਆ। ਕਿਤਨਾ ਅਭਾਗਾ ਹੋਵੇਗਾ ਉਹ ਮਨੁੱਖ, ਕਿਹੜਾ? ਜੋ ਮਹਾਨ ਸ਼ਕਤੀ ਬੇਅਰਥ ਹੀ ਗੁਆ ਬੈਠੇ। ਮੰਨੋ ਉਹਨੂੰ ਆਪਾਂ ਮਹਾਨ ਮੰਨੀਏ ਜਾਂ ਨਾ ਮਹਾਨ ਮੰਨੀਏ, ਕਿੰਨਾ ਮਹਾਨ ਹੋਵੇਗਾ ਉਹ ਮਨੁੱਖ ਜਿਹਨੇ ਜੋ ਪਰਮਾਤਮਾ ਵੱਲੋਂ ਸ਼ਕਤੀ ਮਿਲੀ ਤੇ ਉਹ ਸ਼ਕਤੀ ਦੀ ਸ਼ੁੱਧ ਵਰਤੋਂ ਕੀਤੀ, ਚੰਗੀ ਵਰਤੋਂ ਕਹਿ ਲਓ ਜਿਹਨੂੰ ਆਪਾਂ, ਤੇ ਲੋੜ ਵੇਲੇ ਭਾਵ ਉਹਨੂੰ ਪਛਤਾਉਣਾ ਨਹੀਂ ਪਿਆ, ਉਹਨੂੰ ਕਿਸੇ ਤਰ੍ਹਾਂ ਦਾ
ਆਪਣੇ ਜੀਵਨ ਦੇ ਵਿੱਚ ਅੱਖ ਦੇ ਵਿੱਚ ਹੰਝੂ ਸੁੱਟਣਾ ਨਹੀਂ ਪਿਆਗਾ। ਇਸੇ ਕਰਕੇ ਸਾਨੂੰ ਗੁਰੂ ਸਾਹਿਬ ਨੇ ਕਹਿ ਦਿੱਤਾ, ਬਚਪਨ ਤੇ ਜਵਾਨੀ ਨਾ ਇੱਕ ਮੇਲੇ ਵਰਗੀ ਆ, ਇਹਦੇ ਵਿੱਚ ਬੜੀ ਰੌਣਕ ਹੁੰਦੀ ਆ। ਜਦੋਂ ਮੇਲਾ ਵਿਜੜ ਜਾਵੇ ਨਾ, ਪਿੱਛੇ ਲਿਫਾਫੇ ਖਾਲੀ ਰਹਿ ਜਾਂਦੇ, ਕੂੜਾ ਕਰਕਟ ਰਹਿ ਜਾਂਦਾ ਗਾ। ਸਚਾਈ ਆ, ਗੁਰੂ ਨਾਲੋਂ ਟੁੱਟਿਆਂ ਦਾ ਸਾਡੀ ਜ਼ਿੰਦਗੀ 'ਚ ਬੁਢੇਪੇ 'ਚ ਕੂੜਾ ਕਰਕਟ ਹੀ ਹੈ, ਉਸ ਤੋਂ ਇਲਾਵਾ ਕੁਛ ਨਹੀਂ ਹੈ। ਸੰਖੇਪ ਪੱਖ ਹੈ ਕਿ ਸਾਨੂੰ ਗੁਰੂ ਨਾਲ ਜੁੜਨਾ ਜ਼ਰੂਰੀ ਹੈ। ਕਹੋ ਨਾਨਕ ਨਰਬਾਵਰੇ, ਕਿਉਂ ਨਾ ਭਜੈ ਭਗਵਾਨ। ਅਗਲਾ ਸ਼ਲੋਕ, ਧਨ ਦਾਰਾ ਸੰਪਤ ਸਗਲ, ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਗੁਰੂ ਸਾਹਿਬ ਜੀ ਕਹਿੰਦੇ ਨਾ, ਧਨ ਫਿਰ ਕਿਆ ਦਾਰਾ, ਫਿਰ ਕਿਆ ਸੰਪਤ, ਸਗਲ ਜਿਨ ਆਪਣੀ ਕਰਮਾਨ। ਧਨ ਮੀਨਜ ਧਨ ਦੌਲਤ, ਦਾਰਾ ਮੀਨਜ ਇਸਤਰੀ, ਸੰਪਤ ਸਾਡੀ ਸੰਪਤੀ ਜਾਇਦਾਦ, ਸਗਲ ਸਾਰੀ, ਤਿੰਨ ਚੀਜ਼ਾਂ ਦਾ ਜ਼ਿਕਰ ਆ, ਧਨ, ਦਾਰਾ ਤੇ ਸੰਪਤ। ਸਗਲ ਜਿਨ ਆਪਣੀ ਕਰਮਾਨ, ਜਿਹਨੂੰ ਤੂੰ ਆਪਣੇ ਬਣਾਈ ਬੈਠਾਂਗਾ। ਇੱਥੇ ਇੱਕ ਗੱਲ ਜ਼ਰੂਰ ਧਿਆਨ 'ਚ ਰੱਖੀ ਪਿਆਰੇ ਪੁੱਤਰੋ, ਕਿ ਗੁਰੂ ਸਾਹਿਬ ਨੇ ਇਹਨਾਂ ਨਾਲੋਂ ਨਾਤਾ ਤੋੜਨ ਦੇ ਲਈ ਨਹੀਂ ਕਿਹਾ ਵੀ ਧਨ ਨੂੰ ਨਾਤਾ ਤੋੜ ਦੇ, ਦੌਲਤ ਨੂੰ ਨਾਤਾ ਤੋੜ ਦੇ, ਵਹੁਟੀ ਨਾਲੋਂ ਨਾਤਾ ਤੋੜ ਲਾ। ਵਹੁਟੀ ਮੀਨਜ ਮਤਲਬ ਆਪਣੀ ਪਤਨੀ, ਪਤਨੀ ਵਾਸਤੇ ਪਤੀ, ਦੋਨਾਂ ਦਾ ਮੇਲ ਆ। ਅਤੇ ਆਪਣੀ ਜਾਇਦਾਦ ਨਾਲੋਂ, ਆਪਣੀ ਸੰਪਤੀ ਨਾਲੋਂ ਨਾਤਾ ਤੋੜ ਲਾ, ਨਾ, ਇਹ ਨਹੀਂ ਕਿਹਾ ਹੈਗਾ। ਕਿਹਾ ਕੀ ਹੈਗਾ, ਮਤਲਬ ਸਾਨੂੰ ਕੱਚਾਪਣ ਦੱਸਿਆ ਵੀ ਇਹ ਤੇਰੇ ਕੋਲੇ ਸਭ ਕੁਝ ਹੁੰਦਿਆਂ ਹੋਇਆਂ ਵੀ ਤੂੰ ਨੰਗ ਆ, ਸਾਡੇ ਕੋਲੇ ਹੁੰਦਿਆਂ ਹੋਇਆਂ ਵੀ ਅਸੀਂ ਖਾਲੀ ਆ। ਖਾਲੀ ਕਿਵੇਂ ਆ? ਜਿਵੇਂ ਲਾਹੌਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣਾ ਪੜਾ, ਲਾਹੌਰ ਦੇ ਵਾਸੀ, ਆਪਾਂ ਨੂੰ ਪਤਾ ਦੁਨੀ ਚੰਦ ਸੇਠ ਦੇ ਗੇਟ ਅੱਗੇ ਲਾਇਆ ਸੀ। ਇਹਦਾ ਕਾਰਨ ਸੀ, ਕੋਈ ਵਜ੍ਹਾ ਸੀ। ਜਿਹੜਾ ਲਾਹੌਰ ਦਾ ਵਾਸੀ ਦੁਨੀ ਚੰਦ ਸੇਠ ਆ ਨਾ, ਉਹਦੇ ਘਰ ਅੱਗੇ ਗੁਰੂ ਸਾਹਿਬ ਨੇ ਆਪਣਾ ਪੜਾ ਲਾਇਆ ਸੀਗਾ, ਇਤਿਹਾਸ ਦੱਸਦਾ ਗਾ। ਤੇ ਉਹ ਜਦੋਂ ਗੁਰੂ ਦੀ ਸੰਗਤ 'ਚ ਪਹਿਲੀ ਵਾਰ ਆਇਆ ਨਾ, ਗੁਰੂ ਸਾਹਿਬ ਨੇ ਉਹਨੂੰ ਨੰਗ ਕਹਿ ਕੇ ਬੁਲਾਇਆ ਸੀ। ਨੰਗ ਕਹਿ ਲਓ, ਕੰਗਾਲ ਕਹਿ ਲਓ, ਆ ਵੀ ਕੰਗਾਲਾ। ਤੇ ਉਹ ਹੈਰਾਨ ਵੀ ਕਮਾਲ ਦੀ ਗੱਲ ਆ, ਮੈਂ ਤਾਂ ਐਡਾ ਵੱਡਾ ਧਨੀ ਆਂਗਾ ਤੇ ਤੁਸੀਂ ਮੈਨੂੰ ਕੰਗਾਲ ਜਾਂ ਨੰਗ ਕਹਿੰਦੇ ਹੋ। ਤੇ ਗੁਰੂ ਸਾਹਿਬ ਨੇ ਕਿਹਾਗਾ, ਤੇਰੇ ਕੋਲ ਜਿਹੜਾ ਅਸਲੀ ਸਰਮਾਇਆ ਨਾ, ਉਹ ਨਹੀਂ ਹੈ। ਉਹ ਕਿਹੜਾ ਗਾ? ਉਹ ਹੈ ਨਾਮ ਰੂਪੀ ਧਨ। ਸੰਚ ਹਰ ਧਨ ਪੂਜ ਸਤਿਗੁਰ, ਛੋੜ ਸਗਲ ਵਕਾਰ। ਸਾਰੇ ਵਕਾਰ ਛੱਡ ਕੇ ਅਸਲੀ ਨਾਮ ਦਾ ਪੁਜਾਰੀ, ਧਨ ਦੌਲਤ ਤੇਰੇ ਕੋਲੇ ਨਹੀਂ ਹੈ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਫਿਰ ਇਸ਼ਾਰਾ ਕੀਤਾ ਸੀ, ਟੂਕ ਇੱਥੇ ਆਪਣਾ ਟਾਈਮ ਨੇੜੇ ਲੱਗ ਗਿਆ, ਵੀ ਸੂਈ ਮੈਨੂੰ ਦੇ ਦੀ ਅੱਗੇ। ਪਰ ਨਹੀਂ, ਸਮਝ ਆ ਗਈ, ਸੂਈ ਅੱਗੇ ਨਹੀਂ ਜਾਣੀ। ਜੇ ਸੂਈ ਅੱਗੇ ਨਹੀਂ ਜਾਣੀ ਤਾਂ ਇੰਨਾ ਧਨ ਦੌਲਤ ਜੋ ਹੈ ਇਹ ਕਿਵੇਂ ਅੱਗੇ ਜਾਵੇਗਾ? ਪਤਾ ਲੱਗ ਗਿਆ, ਸੱਚ ਨਾਲ ਜੁੜ ਗਿਆ, ਅੰਦਰ ਨਾਲ ਜੁੜ ਗਿਆ ਆਪਣੇ ਨਾਲ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਇਨ ਮੈਂ ਕਛ ਸੰਗੀ ਨਹੀਂ ਕੱਚਾ ਪਾਣਾ, ਨਾਨਕ ਸਾਚੀ ਜਾਨ। ਫਿਰ ਪਾਤਸ਼ਾਹ ਨੇ ਕਿਹਾ, ਇਹ ਤੇਰਾ ਸਾਰਾ ਕੁਝ ਕੱਚਾ ਪੱਖਾ, ਇਹਦੇ ਵਿੱਚ ਤੂੰ ਰਹਿਣਾ ਜ਼ਰੂਰ ਆ, ਪਰ ਇਹਦੇ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿ ਕੇ ਆਪਣੀ ਜ਼ਿੰਦਗੀ ਜਿਉਂ, ਆਪਣੀ ਜ਼ਿੰਦਗੀ ਨਿਰਲੇਪ ਰਹਿ ਕੇ ਜਿਉਂ। ਫਿਰ ਗੁਰੂ ਸਾਹਿਬ ਨੇ ਅਗਲੇ ਸ਼ਲੋਕ ਦੇ ਵਿੱਚ ਇਸੇ ਹੀ ਪੱਖ ਦੀ ਵਿਚਾਰ ਫਿਰ ਦੁਬਾਰਾ ਕੀਤੀ ਆ। ਅਗਲਾ ਸ਼ਲੋਕ ਕੀ ਆ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਪਤਤ ਉਦਾਹਰਣ ਭੈ ਹਰਨ, ਹਰ ਅਨਾਥ ਕੇ ਨਾਥ। ਪਤਤ ਭਾਵ ਬਕਾਰੀ ਜ਼ਿੰਦਗੀ, ਪਾਪੀ ਜ਼ਿੰਦਗੀ। ਪਤਤ ਉਦਾਹਰਣ ਭੈ ਹਰਨ, ਹਰ ਅਨਾਥ ਕੇ ਨਾਥ। ਪ੍ਰਭੂ ਜੀ ਪਾਪੀਆਂ ਦਾ ਨਿਸਤਾਰਾ ਕਰਨ ਵਾਲੇ ਹਨ। ਪਾਪੀ ਅੰਦਰ ਦੀ ਵਰਤੀ, ਅੰਦਰ ਪਾਪ ਪੈਦਾ ਹੁੰਦੇ ਨੇ ਤੇ ਪਾਪ ਅਪਰਾਧ ਦੇ ਰੂਪ ਵਿੱਚ ਜੱਗ ਵਿੱਚ ਪ੍ਰਗਟ ਹੋ ਜਾਂਦੇ ਆ। ਅੰਦਰ ਪਾਪ ਚੱਲਦੇ ਆ, ਅਪਰਾਧ ਦੇ ਰੂਪ ਵਿੱਚ ਨਾ ਉਹ ਬਾਹਰ ਆ ਜਾਂਦੇ ਨੇਗੇ। ਪਤਤ ਉਦਾਹਰਣ ਭੈ ਹਰਨ, ਹਰਨ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ, ਪਾਪਾਂ ਨੂੰ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ ਇੱਕ ਪ੍ਰਮਾਤਮਾ, ਇੱਕ ਗੁਰੂ ਹੈ। ਹਰ ਅਨਾਥ ਕੇ ਨਾਥ, ਹਰ ਅਨਾਥ ਕੇ ਨਾਥ ਤੋਂ ਭਾਵ ਕੀ ਹੈ? ਉਹ ਨਿਖਸਮਿਆਂ ਦਾ ਖਸਮ ਹੈ, ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਜਿਹੜਾ ਨਿਮਾਣਿਆਂ ਦਾ ਮਾਣ ਆ ਨਾ, ਨਿਤਾਣਿਆਂ ਦਾ ਤਾਣ ਹੈ, ਤੇ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਲ ਆਪਣੀ ਸਾਂਝ ਪਾ। ਕਹੋ ਨਾਨਕ ਤਿਹ ਜਾਣੀਐ, ਉਹਨੂੰ ਜਾਣ। ਤੂੰ ਬਾਹਰੀ ਤੌਰ ਤੇ ਬਹੁਤ ਕੁਝ ਜਾਣ ਲਿਆ, ਅਸਮਾਨ ਵਿੱਚ, ਧਰਤੀ ਵਿੱਚ, ਪਤਾਲ ਵਿੱਚ, ਬੜੀ ਤੈਨੂੰ ਨੌਲੇਜ ਆ, ਬਾਹਰੀ ਤੌਰ ਤੇ ਵਿਕਾਸ ਤੂੰ ਬਹੁਤ ਕਰ ਚੁੱਕਿਆਗਾ, ਪਰ ਸੱਚਾਈ ਆ ਵੀ ਅੰਦਰ ਦਾ ਵਿਕਾਸ ਨਹੀਂ ਕਰ ਸਕਿਆਗਾ। ਅੰਦਰ ਦਾ ਵਿਕਾਸ ਕਿਉਂ ਨਹੀਂ ਹੋ ਸਕਿਆ? ਕਿਉਂਕਿ ਅਸੀਂ ਪਾਪਾਂ ਦੇ ਕਾਰਨ ਕਰਕੇ
ਪਾਪ ਸਾਡੇ ਅੰਦਰ ਬਹੁਤ ਚੱਲਦੇ ਨੇ ਤੇ ਇਹਨਾਂ ਦੇ ਵਜ੍ਹਾ ਕਰਕੇ ਅਸੀਂ ਅੰਦਰੋਂ ਆਪਣੇ ਆਪ ਨਾਲ ਜੁੜ ਨਹੀਂ ਸਕੇ। ਬਾਹਰੀ ਅਸੀਂ ਰਿਸ਼ਤੇ ਬਹੁਤ ਬਣਾ ਲਏ, ਪਰ ਅੰਦਰ ਦਾ ਰਿਸ਼ਤਾ ਜਿਹੜਾ ਹੈ ਉਹ ਪਰਮੇਸ਼ਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ ਨਾ, ਉਹ ਟੁੱਟ ਗਿਆ। ਉਹਦੇ ਨਾਲੋਂ ਸਾਡਾ ਨਾਤਾ ਟੁੱਟ ਗਿਆ। ਇਹ ਗੱਲ ਪੱਕੀ ਹੈ ਕਿ ਮਨੁੱਖ ਨੇ ਅੰਦਰੋਂ ਆਪਣਿਓ ਪਾਪੀ ਬਿਰਤੀ ਨੂੰ ਖਤਮ ਕਰਨਾ ਸੀ। ਪਾਪੀ ਬਿਰਤੀ ਨੂੰ ਖਤਮ ਕਰਕੇ ਆਪਣੇ ਆਪ ਨੂੰ ਮਰਨ ਤੋਂ ਬਚਾਉਣਾ ਸੀ। ਨਿਆਸਰਿਆਂ ਦੇ ਆਸਰੇ ਨਾਲ ਜੁੜਨਾ ਸੀਗਾ। ਨਿਆਸਰਿਆਂ ਦੇ ਆਸਰੇ ਨਾਲ ਜੁੜ ਕੇ ਆਪਣੇ ਆਪ ਨੂੰ ਮਰਨ ਤੋਂ ਬਚਾਉਣਾ ਸੀ। ਫਿਰ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈਗਾ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਪਾਤਸ਼ਾਹ ਨੇ ਲਿਖਿਆ ਨਾ, ਫਿਰ ਤੂੰ ਸ਼ਬਦ ਨਾਲ ਜੁੜ ਕੇ ਅੰਦਰੋਂ ਇੰਨਾ ਬਲਵਾਨ ਹੋ ਜਾਵੇਂਗਾ ਕਿ ਤੂੰ ਕਦੇ ਵੀ ਨਹੀਂ ਮਰੇਗਾ। ਛੋਟੀ ਜਿਹੀ ਮੈਂ ਪਾਸੇ ਤੇ ਗੱਲ ਜਾ ਕੇ ਕਰਨ ਲੱਗਿਆਂਗਾ। ਗੁਰੂ ਦੀ ਬਾਣੀ ਸਦਾ ਹੀ ਇਹ ਕਹਿੰਦੀ ਆ, ਕੀ ਕਹਿੰਦੀ ਆ, ਜਿਨਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ। ਕਿਤੇ ਵੀ ਨਹੀਂ ਲਿਖਿਆ ਸਰੀਰਕ ਤਲ ਤੇ, ਗੁਰਬਾਣੀ ਚ ਕਿਤੇ ਨਹੀਂ ਲਿਖਿਆ ਵੀ ਸਰੀਰਕ ਤਲ ਤੇ ਸਾਨੂੰ ਗੁਰੂ ਮੌਤ ਤੋਂ ਬਚਾ ਲਵੇਗਾ, ਕਿਤੇ ਨਹੀਂ ਲਿਖਿਆ। ਪਰ ਬਹੁਤ ਥਾਈਂ ਦਰਜ ਕੀਤਾ ਪਾਤਸ਼ਾਹ ਨੇ ਵੀ ਤੈਨੂੰ ਪਰਮਾਤਮਾ ਨੇ, ਗੁਰੂ ਨੇ ਮਰਨ ਤੋਂ ਬਚਾ ਲੈਣਾ। ਪਰ ਕਿਹੜੀ ਮੌਤ ਤੋਂ? ਉਸ ਮੌਤ ਤੋਂ ਜਿਹੜੀ ਮੌਤ ਅਧਿਆਤਮਕ ਤਲ ਤੇ ਹੁੰਦੀ ਆ, ਜਿਹਨੂੰ ਆਪਾਂ ਜ਼ਮੀਰ ਦੀ ਮੌਤ ਵੀ ਕਹਿ ਦਿੰਦੇ ਹਾਂ। ਉਸ ਮੌਤ ਦੇ ਅਧੀਨ ਨਹੀਂ ਹੋਣ ਦੇਣਾ। ਬਾਹਰੀ ਇੱਕ ਕਿਰਿਆ ਜੰਮਣਾ ਮਰਨਾ ਹੁਕਮ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਪਤਤ ਉਦਾਹਰਣ ਭੈ ਹਰਨ ਹਰ ਅਨਾਥ ਕੇ ਨਾਥ। ਉਸ ਅਨਾਥ ਕੇ ਨਾਥ ਦਾਤੇ ਨਾਲ ਜੁੜ, ਕਹੋ ਨਾਨਕ ਤਿਹ ਜਾਨੀਐ ਸਦਾ ਵਸਤ ਤੁਮ ਸਾਥ। ਉਹ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਲਾ, ਤੂੰ ਉਹ ਪਰਮਾਤਮਾ ਦੇ ਨੇੜੇ ਲੱਗ। ਤੂੰ ਪਤਤ ਹੈ, ਪਤਤਾਂ ਪਾਸ ਨਾ ਭਟਕ, ਤੂੰ ਪਤਤ ਪਾਵਨ ਨਾਲ ਮਿਲ ਕੇ ਸਾਂਝ ਬਣਾ। ਮਤਲਬ ਪਹਿਲੇ ਸ਼ਲੋਕ ਨਾਲ ਆਪਾਂ ਜਾ ਕੇ ਮਿਲਣਾ, ਗੁਣ ਅਕਾਰਥ ਕੀਨ, ਫਿਰ ਆਪਾਂ ਆਪਣੇ ਆਪ ਨੂੰ ਗੁਰੂ ਨਾਲ ਜੋੜਨਾ ਹੈ। ਅਗਲੇ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ, 7 ਨੰਬਰ ਸ਼ਲੋਕ ਆ ਜੋ, ਤਨ ਧਨ ਜਿਹੇ ਤੋ ਕਉ ਦਿਓ ਤਾਂ ਸਿਉ ਨਿਹੁ ਨਾ ਕੀਨ। ਤਨ ਧਨ ਜਿਹੇ ਤੋ ਕਉ ਦਿਓ ਤਾਂ ਸਿਉ ਨਿਹੁ ਨਾ ਕੀਨ, ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ। ਜਿਸ ਪਰਮਾਤਮਾ ਨੇ ਤੈਨੂੰ ਸੁੰਦਰ ਸਰੀਰ ਦਿੱਤਾ, ਤਨ ਦਿੱਤਾ, ਜਿਸ ਪਰਮਾਤਮਾ ਨੇ ਤੈਨੂੰ ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਹੀਂ ਪਾਇਆ, ਤਾਂ ਸਿਉ ਨਿਹੁ ਨਾ ਕੀਨ, ਉਹਦੇ ਨਾਲ ਤੂੰ ਜੁੜਿਆ ਨਹੀਂ। ਆਪਣੀ ਸੁਭਾਵਿਕ ਗੱਲ ਆ, ਮੰਨ ਲਵੋ ਸੁਭਾਵਿਕ ਗੱਲ ਕੀ ਹੈ, ਇੱਕ ਬੱਚੇ ਦੀ ਦੂਸਰਾ ਬੱਚਾ ਕਿਸੇ ਤਰ੍ਹਾਂ ਦੀ ਹੈਲਪ ਕਰਦੇ ਤੇ ਉਹਨੂੰ ਯਾਦ ਰੱਖਣਾ ਚਾਹੀਦਾ, ਇਹਨੇ ਮੇਰੇ ਤੇ ਕੋਈ ਪਰਉਪਕਾਰੀ ਕੰਮ ਕੀਤਾ। ਤੇ ਸਾਡੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਇੱਕ ਬੁੱਕ ਵੀ ਹੈ ਨਾ, ਜਿਹੜੀ ਬੁੱਕ ਦਾ ਨਾਮ ਹੀ ਕਿੰਨਾ ਪਿਆਰਾ ਰੱਖਿਆ ਗਾ, ਮੂਰਤ ਪਰਉਪਕਾਰ ਦੀ। ਪਰਉਪਕਾਰ, ਕਿਸੇ ਬੱਚੇ ਨੇ ਦੂਸਰੇ ਬੱਚੇ ਤੇ ਪਰਉਪਕਾਰ ਕੀਤਾ ਛੋਟੇ ਲੈਵਲ ਤੇ। ਅੱਛਾ, ਹੁਣ ਉੱਥੇ ਕੀ ਆ, ਸਾਡਾ ਆਪਸ ਵਿੱਚ ਪਿਆਰ ਪੈ ਜਾਣਾ ਚਾਹੀਦਾ, ਗੁਣ ਗਾਉਣੇ ਇੱਕ ਦੂਸਰੇ ਦੇ, ਕੋਈ ਗੱਲ ਨਹੀਂ ਧੰਨਵਾਦ ਭਾਈ ਤੇਰਾ, ਸ਼ੁਕਰ ਆ ਤੂੰ ਮੇਰੀ ਮਦਦ ਕੀਤੀ ਹੈ ਔਖੇ ਵੇਲੇ। ਫਿਰ ਇੱਥੇ ਗੁਰੂ ਕੀ ਕਹਿੰਦਾ, ਜਿਸ ਪਰਮਾਤਮਾ ਨੇ ਤੈਨੂੰ ਏਡੀਆਂ ਵੱਡੀਆਂ ਦਾਤਾਂ ਦਿੱਤੀਆਂ, ਤਨ ਦਿੱਤਾ, ਧਨ ਦਿੱਤਾ, ਤੇ ਤੂੰ ਉਹਦੇ ਨਾਲ ਆਪਣਾ ਸਨੇਹ ਜੋੜਿਆ ਨਹੀਂ, ਤੋੜ ਲਿਆ। ਹੁਣ ਮਨੁੱਖਾ ਸਰੀਰ ਅਤੇ ਧਨ, ਇਹ ਦੋਵੇਂ ਪਰਮਾਤਮਾ ਵੱਲੋਂ ਮਿਲੀਆਂ ਹੋਈਆਂ ਦਾਤਾਂ ਨੇ। ਪਰ ਧਨ ਦੇ ਨਾਲ ਤਨ ਨੂੰ ਪਾਲਣਾ ਸੀ ਤੇ ਤਨ ਦੇ ਨਾਲ ਰੱਬ ਦੀ ਬੰਦਗੀ ਕਰਨੀ ਸੀ। ਹੋਇਆ ਕੀ ਆ, ਧਨ ਨਾਲ ਤਨ ਨੂੰ ਪਾਲ ਲਿਆ, ਪਰ ਤਨ ਨਾਲ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ। ਧਨ ਦੇ ਨਾਲ ਤਨ ਨੂੰ ਬਲਵਾਨ ਕਰ ਲਿਆ, ਤਾਕਤ ਬਣਾ ਲਈ, ਮੈਂ ਫਲਾਨਾ ਸਿਉ, ਮੈਂ ਬਹੁ ਆ, ਮੈਂ ਜ਼ਹੁ ਆ, ਮੈਂ ਲੀਡਰ, ਮੈਂ ਕੈਬਨਿਟ ਮੰਤਰੀ, ਮੈਂ ਮੁੱਖ ਮੰਤਰੀ। ਧਨ ਦੇ ਨਾਲ ਤਨ ਨੂੰ ਬਹੁਤ ਵੱਡਾ ਕਰ ਲਿਆ, ਪਰ ਤਨ ਨਾਲ ਰੱਬ ਦਾ ਸ਼ੁਕਰ ਨਹੀਂ ਕੀਤਾ ਗਾ। ਧਨ ਨਾਲ ਤਨ ਪਾਲਣਾ ਸ਼ੁਰੂ ਕੀਤਾ, ਪਰ ਤਨ ਨਾਲ ਰੱਬ ਦੀ ਬੰਦਗੀ ਨਹੀਂ ਕੀਤੀ, ਉਹਦੇ ਨਾਲ ਪਿਆਰ ਨਹੀਂ ਕੀਤਾ ਗਾ। ਤੇ ਫਿਰ ਸਾਡਾ ਇੱਥੇ ਧਨ ਵੀ ਕਿਸੇ ਕੰਮ ਨਹੀਂ, ਤੇ ਫਿਰ ਸਾਡਾ ਇੱਥੇ ਤਨ ਵੀ ਕਿਸੇ ਕੰਮ ਨਹੀਂ ਹੈ, ਫਿਰ ਸਾਡੀ ਜਾਇਦਾਦ ਵੀ ਕਿਸੇ ਕੰਮ ਨਹੀਂ, ਸਾਡੀ ਸੰਪਤੀ ਕਿਸੇ ਕੰਮ ਨਹੀਂ ਹੈ। ਧਨ ਹੈ, ਧਨ ਨਾਲ ਪਾਲ, ਧਨ ਹੈ, ਧਨ ਪਲੇਗਾ, ਤੇ ਫਿਰ ਚੇਤਾ ਰੱਖੀ ਜ਼ਿੰਦਗੀ ਸੋਹਣੀ ਬਣੇਗੀ, ਤੇ ਧਨ ਨਾਲ ਰੱਬ ਦਾ ਸ਼ੁਕਰ ਕਰ। ਕਈ ਵਾਰ ਸਾਡੇ ਕੋਲੇ ਬਹਾਨੇ ਹੁੰਦੇ ਨੇ, ਜੀ ਮੈਂ ਤਾਂ ਇੱਕ ਦਰਮਿਆਨੇ ਪਰਿਵਾਰ ਵਿੱਚ ਜੰਮਿਆਗਾ, ਮੈਂ ਕਿਵੇਂ ਪਰਮਾਤਮਾ ਦਾ ਨਾਮ ਜਪ ਸਕਦਾ। ਇਸ ਧਰਤੀ ਤੇ ਜ਼ਿਆਦਾ ਅਮੀਰ ਉਹ ਵੀ ਦੁਖੀ ਆ,
ਤੇ ਇਸ ਧਰਤੀ ਤੇ ਗਰੀਬ ਵੀ ਦੁਖੀ ਆ, ਪਰ ਪਾਤਸ਼ਾਹ ਨੇ ਹਵਾਲਾ ਜ਼ਰੂਰ ਦਿੱਤਾ, ਇਹ ਗੁਰਬਾਣੀ ਵਿੱਚ ਅਮੀਰ ਵੀ ਬਹੁਤ ਬੈਠੇ ਆ, ਇਸ ਗੁਰਬਾਣੀ ਵਿੱਚ ਸਰੀਰਕ ਤਲ ਤੇ ਭਗਤ ਰਵਿਦਾਸ ਵਰਗੇ ਗਰੀਬ ਵੀ ਬਹੁਤ ਬੈਠੇ ਆ, ਪਰ ਇਹ ਤੇਰੇ ਤੇ ਡਿਪੈਂਡ ਆ, ਤੇਰੇ ਤੇ ਆ, ਮਤਲਬ ਸਾਡੇ ਤੇ ਗੱਲ ਆ, ਅਸੀਂ ਪ੍ਰਮਾਤਮਾ ਦਾ ਕਿੰਨਾ ਕੁ ਸ਼ੁਕਰ ਕਰਦੇ ਆ। ਜਿਸ ਹਾਲਾਤ ਵਿੱਚ ਗੁਜ਼ਰਦੇ ਆ ਉਸੇ ਹਾਲਾਤ ਵਿੱਚ ਰਹਿੰਦੇ ਆ ਰੱਬ ਦਾ ਸ਼ੁਕਰ ਕਰੀਏ। ਇਸੇ ਕਰਕੇ ਪਾਤਸ਼ਾਹ ਨੇ ਕਿਹਾ, ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ, ਕਿਉਂ ਤੂੰ ਆਤਰ ਹੋਇਆ ਫਿਰਦਾ, ਕਿਉਂ ਤੂੰ ਭਟਕਦਾ ਫਿਰਦਾ, ਕਿਉਂ ਤੂੰ ਡੋਲਦਾ ਫਿਰਦਾ, ਕਿਉਂ ਤੂੰ ਡੱਕ ਡੋਲੇ ਖਾਂਦਾ ਫਿਰਦਾ। ਲਾਸਟ ਵਾਲਾ ਸ਼ਲੋਕ ਜੋ 8 ਨੰਬਰ ਹੈ, 8 ਨੰਬਰ ਸ਼ਲੋਕ ਤੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਤਨ ਧਨ ਸੰਪੈ ਸੁਖ ਦਿਓ, ਤਨ ਧਨ ਸੰਪੈ ਸੁਖ ਦਿਓ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਅਰਜਿਹ ਨੀਕੇ ਧਾਮ, ਉਸ ਪਰਮਾਤਮਾ ਨੇ ਤਨ ਵੀ ਦੇਤਾ, ਫਿਰ ਗੱਲ ਧਨ ਦੀ ਆ ਗਈ, ਧਨ ਵੀ ਦੇਤਾ, ਸੰਪੈ ਤੈਨੂੰ ਉਹ ਪਰਮਾਤਮਾ ਨੇ ਐਸ਼ ਵੀ ਦਿੱਤੀ ਆ, ਤੇ ਬੰਦੇ ਨਾਲੋਂ ਐਸ਼ ਕਿਹਨੂੰ ਵੱਧ ਹੋ ਸਕਦੀ ਹੈ। ਪਰ ਸੱਚਾਈ ਆ ਧਨ ਤੇ ਐਸ ਪ੍ਰਸਤੀ ਵਿੱਚ ਬੰਦਾ ਰਚ ਮਿਚ ਗਿਆ ਤੇ ਪਰਾਏ ਤਨਾਂ ਚ ਵੀ ਰਚ ਗਿਆ। ਮਨ ਦੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪਰਮਾਤਮਾ ਨੇ ਤੈਨੂੰ ਕਿੰਨਾ ਕੁਛ ਦਿੱਤਾ, ਅਰਜੇ ਨੀਕੇ ਧਾਮ, ਤੂੰ ਉਸ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ। ਆ ਨਿੱਕੇ ਜਿਹੇ ਧਾਮ ਚ, ਨਿੱਕੇ ਜਿਹੇ ਸਰੀਰ ਰੂਪੀ ਘਰ ਵਿੱਚ ਰਹਿੰਦਾ ਹੋਇਆ ਕਿਉਂ ਨਹੀਂ ਪਰਮਾਤਮਾ ਨੂੰ ਚੇਤੇ ਕਰਦਾ। ਕਹੋ ਨਾਨਕ ਸੁਨ ਰੇ ਮਨਾ, ਉਹ ਮਨਾ ਮੇਰਿਆ ਸੁਣ, ਸਿਮਰਤ ਕਾਹੇ ਨਾ ਰਾਮ, ਕਿਉਂ ਨਹੀਂ ਤੂੰ ਪਰਮਾਤਮਾ ਦਾ ਨਾਮ ਸਿਮਰਦਾ। ਕੀ ਕਾਰਨ ਆ, ਕੀ ਗੱਲ ਹੈ, ਕਿਉਂ ਨਹੀਂ ਤੂੰ ਯਾਦ ਕਰਦਾ। ਉਸ ਪਰਮਾਤਮਾ ਨੂੰ ਯਾਦ ਕਰ, ਉਸ ਪਰਮਾਤਮਾ ਵੱਲ ਆਪਣਾ ਮੁੱਖ ਕਰ, ਉਸ ਪਰਮਾਤਮਾ ਵੱਲ ਆਪਣਾ ਧਿਆਨ ਲਾ। ਆਪਣਾ ਧਿਆਨ ਤੂੰ ਤਨ ਤੇ ਲਾ ਲਿਆ, ਆਪਣਾ ਧਿਆਨ ਤੂੰ ਧਨ ਤੇ ਲਾ ਲਿਆ, ਆਪਣਾ ਧਿਆਨ ਤੂੰ ਸੰਪੈ ਐਸ ਵਰਜ ਤੇ ਲਾ ਲਿਆ, ਐਸ਼ ਪ੍ਰਸਤੀ ਦੇ ਵਿੱਚ ਜੋੜ ਲਿਆ ਤੇ ਉਹਨਾਂ ਨੂੰ ਸੁੱਖ ਮੰਨ ਲਿਆ। ਅਸਲ ਦੇ ਵਿੱਚ ਉਹ ਸੁੱਖ ਨਹੀਂ, ਸੁੱਖ ਤਾਂ ਜੋ ਪਰਮਾਤਮਾ ਦੀ ਬੰਦਗੀ ਕਰਕੇ ਮਿਲਦਾ, ਉਹ ਸੁੱਖ ਕਿਤੋਂ ਵੀ ਦੁਨੀਆ ਦੇ ਕਿਸੇ ਕੋਨੇ ਚੋਂ ਨਹੀਂ ਮਿਲਦਾ। ਸੋ ਸੰਖੇਪ ਜੀ ਵਿਚਾਰ ਆ, ਵਿਚਾਰ ਇੱਥੇ ਬਹੁਤ ਕਾਫੀ ਹੋ ਸਕਦੀ ਹੈ। ਮੈਂ ਸਾਰੇ ਬੱਚਿਆਂ ਤੋਂ, ਸਾਰੀ ਟੀਮ ਤੋਂ ਮੁਆਫੀ ਚਾਹੁੰਦਾ ਹਾਂ। ਜੋ ਆਪਾਂ ਨੂੰ 8 ਸ਼ਲੋਕਾਂ ਦੀ ਸ਼ਬਦ ਦੀ ਵਿਚਾਰ ਕਰਨ ਦਾ ਸਮਾਂ ਮਿਲਿਆ ਸੀ ਉਹ ਪੂਰਾ ਹੋ ਚੁੱਕਿਆ ਗਾ। ਭੁੱਲਾਂ ਦੀ ਖਿਮਾ, ਬੋਲਦਿਆਂ ਤੋਂ ਬੜੀਆਂ ਗਲਤੀਆਂ ਰਹਿ ਜਾਂਦੀਆਂ ਨੇ। ਪਿਆਰੇ ਬੱਚੇ, ਮੇਰੇ ਭੈਣ ਭਰਾ, ਮੇਰੇ ਸਮੁੱਚੇ ਸੇਵਾਦਾਰ ਵੀਰ ਬਖਸ਼ਣਯੋਗ ਨੇ। ਧੰਨਵਾਦ ਜੀ। ਭੁੱਲਾਂ ਦੀ ਖਿਮਾ। ਕੋਈ ਸਵਾਲ ਹੋਇਆ ਤਾਂ ਜ਼ਰੂਰ ਪੁੱਛਿਓ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ। ਆਪ ਜੀ ਨੇ ਸਾਡੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਰਾਜ ਜੀ ਦੇ ਮੁੱਖ ਉਚਾਰੇ ਬਾਣੀ ਦੇ ਜੋ 155 ਸ਼ਲੋਕ ਨੇ ਤੇ ਅੱਜ 1 ਤੋਂ ਲੈ ਕੇ 8 ਸ਼ਲੋਕਾਂ ਦੀ ਸਾਂਝ ਪਾਈ ਹੈ ਜੀ ਸਾਡੀ ਜੋੜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਇਹ ਜੋ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁੱਖ ਉਚਾਰੀ ਗਈ ਹੈ ਤੇ ਬਹੁਤ ਮਿੱਠੀ, ਬਹੁਤ ਆਨੰਦਮਈ ਬਾਣੀ ਹੈ। ਤੇ ਮੈਂ ਤਾਂ ਸੋਚਦੀ ਹਾਂ ਇਹ ਮਤਲਬ ਕੁਝ ਸਮੁੰਦਰ ਜੀ ਨੇ ਇੱਕ 57 ਸ਼ਲੋਕਾਂ ਵਿੱਚ ਆਪਾਂ ਨੂੰ ਹੋਲ ਲਾਈਫ, ਮਤਲਬ ਪੂਰੀ ਲਾਈਫ ਦੀ ਜੋ ਜਿਉਣ ਦਾ ਆਪਾਂ ਨੂੰ ਢੰਗ ਦੱਸਿਆ ਹੋਇਆ ਹੈ ਕਿ ਜੇ ਆਪਾਂ ਇਹਨੂੰ ਵਿਚਾਰ ਕਰ ਲਈਏ ਨਾ, ਇਹਦੇ ਤੇ ਮਤਲਬ ਆਪਾਂ ਮਤਲਬ ਅਮਲ ਕਰ ਲਈਏ ਤਾਂ ਸਾਰੀ ਹੋਲ ਲਾਈਫ ਆਪਣੀ ਜੋ ਹੈਪੀ ਹੋ ਸਕਦੀ ਹੈ। ਤੇ ਆਪਣਾ ਕੀਰਤਨ ਵੀ ਕੀਰਤਨ ਵਿੱਚ ਵੀ ਇਹ ਸ਼ਬਦ ਗਾਇਆ ਗਿਆ ਸੀ, ਰਾਮ ਰਾਮ ਬੋਲ ਰਾਮ ਰਾਮ ਤਿਆਗ ਬਨ ਕੇ ਸਗਲ ਕਾਮ ਭਾਵ। ਰਾਮ 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 ਬੋਲ, ਪਰਮਾਤਮਾ ਦਾ ਨਾਮ ਲੈ। ਵਾਈ? ਬਿਕੋਜ਼ ਇਫ ਯੂ ਵਾਂਟ ਟੂ ਬੀ ਹੈਪੀ, ਜੇ ਖੁਸ਼ ਰਹਿਣਾ ਹੈ, ਜੇ ਇੱਥੇ ਵੀ ਤੇ ਇੱਥੋਂ ਜਾ ਕੇ ਵੀ ਖੁਸ਼ ਰਹਿਣਾ ਹੈ ਤਾਂ ਪਰਮਾਤਮਾ ਦਾ ਨਾਮ ਜਪ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਨਾ ਕਿ ਇਹ ਜੋ ਜਨਮ ਮਿਲਿਆ ਹੈ ਹਨਾ, ਮਨੁੱਖਾ ਜਨਮ, ਕਿ ਗੁਰੂ ਗੋਬਿੰਦ ਗਾਇਓ ਨਹੀਂ ਜਨਮ ਅਕਾਲ ਕੀਨ। ਜੇ ਆਪਾਂ ਪਰਮਾਤਮਾ ਦਾ ਨਾਮ ਨਹੀਂ ਲਵਾਂਗੇ, ਕਿਉਂਕਿ ਜਿਸ ਕੰਮ ਵਾਸਤੇ ਆਪਾਂ ਆਏ ਹਾਂ ਹਨਾ, ਉਹ ਕੰਮ ਹੀ ਨਹੀਂ ਕੀਤਾ ਤਾਂ ਕੀ ਫਾਇਦਾ। ਜਨਮ ਅਕਾਲ ਕੀਨ, ਜਨਮ ਤਾਂ ਆਪਣਾ ਫਿਰ ਅਕਾਲਤ ਹੀ ਜਾਏਗਾ ਨਾ। ਜੇ ਆਪਾਂ ਨੂੰ ਹੁਣ ਕੋਈ ਬੰਦਾ ਹਨਾ, ਕੋਈ ਆਪਾਂ ਨੂੰ ਜਿੱਦਾਂ ਆਪਾਂ ਕਹਿੰਦੇ ਜੋ ਆਪਾਂ ਨੂੰ ਸਾਹ ਮਿਲੇ ਨੇ ਨਾ, ਇੱਕ ਪੂੰਜੀ ਦਿੱਤੀ ਹੈ ਪਰਮਾਤਮਾ ਨੇ, ਜਦੋਂ ਇਹ ਖਤਮ ਹੋ ਗਏ ਹਨਾ ਸਭ ਚਲੇ ਜਾਣਾ। ਹੁਣ ਆਪਾਂ ਇੱਕ ਬਣ ਜਾ ਰਹੇ ਹਾਂ, ਜੇ ਆਪਾਂ ਆਪਣਾ ਹਨਾ ਬਣ ਜਾ ਰਹੇ ਮਤਲਬ ਵਪਾਰੀ ਹਾਂ ਆਪਾਂ। ਹੁਣ ਕੀ ਇੱਥੋਂ ਖਰੀਦ ਕੇ ਜਾਣਾ, ਇੱਥੋਂ ਪਰਮਾਤਮਾ ਦਾ ਨਾਮ ਹਨਾ ਜਪਣਾ ਹੈ ਹਨਾ, ਤੇ ਜੋ ਤੇ ਉਹੀ ਆਪਣੇ ਆਪ ਜਾਣਾ ਹੈ ਆਪਾਂ ਕਹਿੰਦੇ ਹਾਂ ਹਨਾ। ਤੇ ਹੁਣ ਜੇ ਆਪਾਂ
ਜੇ ਕੋਈ ਵਣਜਾਰਾ ਹੈ ਹਨਾ, ਉਹ ਜਿਸ ਕੰਮ ਵਾਸਤੇ ਗਿਆ ਹਨਾ, ਉਹ ਪੈਸੇ ਸੀ ਹਨਾ, ਜਿਹੜੇ ਪੈਸੇ ਸਮਝਦੇ ਆਪਣੇ ਸਾਹ ਨੇ, ਉਹਨੇ ਉਹ ਪੈਸੇ ਕਿਸੇ ਹੋਰ ਥਾਂ ਤੇ ਹੀ ਗਵਾਤੇ ਹਨਾ, ਤਾਂ ਕੀ ਫਾਇਦਾ ਉਹਦਾ ਜਾਣ ਦਾ, ਉਹਦਾ ਪੈਸੇ ਵੀ ਖਤਮ, ਉਹਦੀ ਗਿਆ ਹੋਇਆ ਟਾਈਮ ਵੀ ਖਤਮ। ਇਸੇ ਕਰਕੇ ਆਪਣਾ ਜਿਹੜਾ ਹੀਰੇ ਵਰਗਾ ਜਨਮ ਮਿਲਿਆ, ਇਹਨੂੰ ਆਪਾਂ ਅਕਾਲਤ ਨਾ ਜਾਣੀਏ, ਪ੍ਰਮਾਤਮਾ ਦੇ ਗੁਣ ਗਾਈਏ। ਠੀਕ ਹੈ, ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਜੋ ਸਾਂਝ ਪਾਈ ਹੈ ਸਾਡੇ ਨਾਲ। ਤੇ ਹੁਣ ਜਿਨ੍ਹਾਂ ਦੇ ਸਵਾਲ ਨੇ ਪਲੀਜ਼ ਹੈਂਡ ਰੇਜ਼ ਕਰ ਲਓ ਤੇ ਅਨਮਿਊਟ ਕਰ ਲਓ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਮੇਰਾ ਕੁਐਸਚਨ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਰ ਫਿਰ ਵੀ ਸਾਡਾ ਮਨ ਜੋ ਹੈ ਮਾਇਆ ਵੱਲ ਜਾਂਦਾ ਹੈ, ਅਸੀਂ ਕਿੰਨੀ ਵੀ ਕੋਸ਼ਿਸ਼ ਕਰੀਏ ਉਹ ਮਾਇਆ ਵੱਲ ਜਾਂਦਾ ਹੈ, ਇਸ ਦਾ ਕੀ ਕਰਨਾ ਤੇ ਮਨ ਹਮੇਸ਼ਾ ਗਲਤ ਕੰਮਾਂ ਵੱਲ ਹੀ ਕਿਉਂ ਜਾਂਦਾ ਹੈ? ਬੇਟਾ ਜੀ ਕੁਦਰਤੀ ਸੁਭਾਅ ਜਿਹਨੂੰ ਆਪਾਂ ਕਹਿ ਸਕਦੇ, ਕਿਉਂਕਿ ਇਹ ਸਵਾਲ ਬਾਰ-ਬਾਰ ਆਉਂਦਾ ਹੈਗਾ ਬੱਚਿਆਂ ਦਾ ਵੀ ਸਾਡਾ ਮਨ ਨਹੀਂ ਲੱਗਦਾ। ਉਹਦਾ ਅੱਜ ਬਦਲਵਾ ਰੂਪ ਤੁਸੀਂ ਕੀ ਕਿਹਾ ਹੈਗਾ ਵੀ ਸਾਡਾ ਮਾਇਆ ਵੱਲ ਮਨ ਕਿਉਂ ਜਾਂਦਾ? ਕਿਉਂਕਿ ਇਹ ਮੈਂ ਇਹਨੂੰ ਮੰਨਾਂਗਾ ਵੀ ਕੁਦਰਤੀ ਸੁਭਾਅ। ਕੁਦਰਤੀ ਤੁਸੀਂ ਕਹੋਗੇ ਕਿਵੇਂ? ਜਿਹੜਾ ਪਾਣੀ ਆ ਉਹ ਹਮੇਸ਼ਾ ਨੀਵੇਂ ਵੱਲ ਜਾਊ, ਜੇ ਉਹਨੂੰ ਉੱਚੇ ਵੱਲ ਲਿਜਾਣਾ, ਉਹ ਤੋਂ ਕੰਮ ਲੈਣਾ ਤਾਂ ਬੰਨ ਲਾ ਕੇ ਲਿਜਾਣਾ ਪਊਗਾ। ਮਨ ਨੂੰ ਬੰਨੋ, ਇੱਕ ਨੰਬਰ। ਨੰਬਰ 2 ਤੇ ਮਨ ਦੀ ਖੁਰਾਕ ਦੇਖੋ ਕੀ ਆ ਨੀਵੇਂ ਵਾਲੇ ਪਾਸੇ ਜਾਣ ਦੇ ਲਈ, ਉਹਦੀ ਖੁਰਾਕ ਕੀ ਆ, ਉਹਦੀ ਖੁਰਾਕ ਵੱਲ ਧਿਆਨ ਦਿਓ। ਜਦੋਂ ਆਪਾਂ ਬਿਮਾਰ ਹੋ ਗਏ ਨਾ ਤੇ ਡਾਕਟਰ ਪਹਿਲਾਂ ਇਹ ਪੁੱਛਦਾ ਵੀ ਤੂੰ ਖਾਧਾ ਕੀ ਸੀਗਾ, ਤੇ ਜਿਹੜੀ ਮਨ ਦੀ ਖੁਰਾਕ ਆ, ਉਹ ਮਨ ਦੀ ਖੁਰਾਕ ਜੇ ਗਲਤ ਹੈ ਤਾਂ ਉਹਨੂੰ ਬੰਦ ਕਰ ਦਿਓ। ਉਹਨੂੰ ਬੰਦ ਕਰਾਂਗੇ ਤਾਂ ਸਾਡਾ ਮਨ ਇਸ ਸਾਈਡਾਂ ਤੋਂ ਬੰਨਣਾ ਸ਼ੁਰੂ ਹੋ ਜਾਵੇਗਾ, ਗੁਰਬਾਣੀ ਦੇ ਬੰਨ ਲੱਗ ਜਾਣਗੇ ਤੇ ਸਾਡਾ ਮਨ ਉੱਪਰ ਨੂੰ ਆਉਣ ਲੱਗ ਜਾਵੇਗਾ। ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਭਗਤ ਤੇਰਾ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ, ਉਹ ਰੱਬ ਦੇ ਪਿਆਰਿਆਂ ਦਾ ਮਨ ਆ ਜਿਹੜਾ ਸੱਚਾਈ ਆ ਉਹ ਕਾਬੂ ਵਿੱਚ ਕਰ ਲੈਂਦੇ ਨੇ। ਜਿਨ੍ਹਾਂ ਨੇ ਮਨ ਨੂੰ ਕਾਬੂ ਕਰ ਲਿਆ ਨਾ, ਫਿਰ ਗੁਰਬਾਣੀ ਵਿੱਚ ਪਾਤਸ਼ਾਹ ਨੇ ਜ਼ਿਕਰ ਕੀਤਾ ਮਨ ਜੀਤਾ ਜਗ ਜੀਤ, ਹਨਾ। ਹਾਂ, ਮਨ ਦੀ ਮਤਲਬ ਖੁਰਾਕ ਦੇਖੋ। ਮਨ ਦਾ ਸੁਭਾਅ ਗਾ ਨੀਵੇਂ ਵਾਲੇ, ਮਨ ਦੇ ਵਿਚਾਰਾਂ ਦਾ ਸੁਭਾਅ, ਮਨ ਦਾ ਸੁਭਾਅ ਨਹੀਂ, ਮਨ ਦੇ ਵਿਚਾਰਾਂ ਦਾ ਸੁਭਾਅ ਗਾ ਵੀ ਉਹ ਨੀਵੇਂ ਵਾਲੇ ਪਾਸੇ ਜ਼ਰੂਰ ਆਉਣਗੇ। ਤੇ ਆਪਾਂ ਉਹਨਾਂ ਨੂੰ ਨੀਵੇਂ ਵਾਲੇ ਪਾਸੇ ਆਉਣ ਤੋਂ ਕਿਵੇਂ ਬਚਾਉਣਾ ਗਾ, ਉਹ ਢੰਗ ਸਾਰਾ ਗੁਰਬਾਣੀ ਚ ਆ। ਮਨ ਸਮਝਾਵਣ ਕਾਰਨ ਨੇ ਉੱਤਰ ਲੱਭ ਲੋ, ਕਛੂ ਅਕ ਪੜ੍ਹੀ ਹੈ ਗਿਆਨ। ਥੋੜਾ ਜਿਹਾ ਗਿਆਨ ਦੀ ਵਰਤੋਂ ਕਰੀਏ, ਮਨ ਆਟੋਮੈਟਿਕ ਤਕੜਾ ਹੋ ਜਾਊਗਾ। ਧੰਨਵਾਦ ਜੀ। ਅਗਲਾ ਬੇਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਸਵਾਲ ਇਹ ਹੈ ਕਿ ਵਿਖਿਆਨ ਦਾ ਅਰਥ ਕੀ ਹੈ? ਪਾਤਸ਼ਾਹ ਨੇ ਜੋ ਲਿਖਿਆ ਨਾ, ਮਤਲਬ ਕਿ ਤੇਰੀ ਜ਼ਿੰਦਗੀ ਦੇ ਵਿੱਚ ਜੋ ਤੂੰ ਆਪਣੇ ਆਪ ਨੂੰ ਗੁਰੂ ਨਾਲ ਨਹੀਂ ਜੋੜ ਸਕਿਆ ਹੈਗਾ, ਵਿਖਿਆਨ ਨੂੰ ਆਪਾਂ ਜ਼ਹਿਰ ਦਾ ਰੂਪ ਦੇ ਸਕਦੇ ਹਾਂ, ਵਿਖਿਆਨ ਨੂੰ ਆਪਾਂ ਵਿਸ਼ੇ ਵਿਕਾਰਾਂ ਦਾ ਰੂਪ ਦੇ ਸਕਦੇ ਹਾਂ। ਤੂੰ ਆਪਣੇ ਆਪ ਨੂੰ ਗੁਰੂ ਨਾਲ ਨਹੀਂ ਜੋੜ ਸਕਿਆ, ਮਤਲਬ ਆਪਣੇ ਆਪ ਨੂੰ ਗਰਕੀ ਦੇ ਵਿੱਚ ਖਬੋਲਿਆ। ਵਿਖਿਆਨ ਦਾ ਅਰਥ ਵੈਸੇ ਵਿਖਿਆ ਦਾ ਅਰਥ ਜ਼ਹਿਰ ਆ ਪੁੱਤਰ, ਤੇ ਵਿਖਿਆਨ ਦਾ ਅਰਥ ਮਤਲਬ ਤੂੰ ਆਪਣੇ ਆਪ ਨੂੰ ਵਿਕਾਰਾਂ ਦੇ ਵਿੱਚ ਖੜਾਈ ਖੜਾਗਾ। ਤੇ ਵਾਹਿਗੁਰੂ ਜੀ, ਬਚਪਨ ਤੇ ਜਵਾਨੀ ਮੇਲੇ ਵਰਗੀ ਹੁੰਦੀ ਹੈ, ਇਸ ਤੋਂ ਅੱਗੇ ਕੀ ਸੀ? ਬੇਟਾ ਬਚਪਨ ਆ ਜਿਹੜੀ ਨਾ ਤੇ ਜਵਾਨੀ ਆ, ਇਹਦੇ ਚ ਰੌਣਕ ਹੁੰਦੀ ਆ, ਮੇਲੇ ਚ ਰੌਣਕ ਹੁੰਦੀ ਆ। ਤੇ ਜਦੋਂ ਮੇਲਾ ਵਿਝੜ ਜਾਂਦਾ ਗਾ, ਉਸ ਤੋਂ ਬਾਅਦ ਕੀ ਹੋ ਜਾਂਦਾ, ਉੱਥੇ ਰੌਣਕ ਨਹੀਂ ਹੁੰਦੀ। ਬੁਢੇਪਾ ਉਹ ਬੇਰੌਣਕਾ ਬਣ ਗਿਆ। ਪਰ ਨਾਲ ਆਪਾਂ ਇਹ ਗੱਲ ਕਹੀ ਸੀ, ਜਿਨ੍ਹਾਂ ਬੱਚਿਆਂ ਨੇ ਆਪਣੀ ਬਚਪਨ ਦੇ ਵਿੱਚ ਗੁਰਮੁਖ ਮਾਂ ਦੀ ਗੋਦ ਵਿੱਚ ਸਿਰ ਟਕਾ ਲਿਆ, ਬਚਪਨ ਦੇ ਵਿੱਚ ਗੁਰਮੁਖ ਮਾਂ ਦੀ ਗੋਦ 'ਚ ਸਿਰ ਟਕਾ ਲਿਆ, ਜਿਵੇਂ ਅੱਜ ਆਪਣੀ ਸਾਰੀ ਸੰਸਥਾ ਹੀ ਜ਼ੋਰ ਲਾ ਰਹੀ ਆ ਵੀ ਮਾਂ ਪਹਿਲਾਂ ਗੁਰਮੁਖ ਬਣੇ ਜ਼ਰੂਰ ਬਣੇ ਉਹ, ਤੇ ਬੱਚੇ ਦਾ ਸਿਰ ਮਾਂ ਦੀ ਗੋਦ 'ਚ ਹੋਵੇ, ਗੁਰਮੁਖਤਾਈ ਦੀ ਗੋਦ 'ਚ, ਤੇ ਫਿਰ ਜਵਾਨੀ ਗੁਰੂ ਦੀ ਗੋਦ 'ਚ ਹੋਵੇ, ਤੇ ਬੁਢੇਪਾ ਕਦੇ ਬੇਰੌਣਕਾ ਨਹੀਂ ਹੋਵੇਗਾ। ਪਰ ਬੁਢੇਪੇ ਨੂੰ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਅੰਤਰ ਸੁਰਤ ਗਿਆਨ ਤਦ ਜਾਵੇਗੀ ਜੇ ਆਪਾਂ ਬਚਪਨ ਤੇ ਜਵਾਨੀ ਨੂੰ ਸਵਾਰਾਂਗੇ। ਠੀਕ ਹੈ ਨਾ। ਜਵਾਨੀ ਚ ਹੀ ਵਿਖਿਆਨ ਮਤਲਬ ਕਿ ਵਿਕਾਰਾਂ ਨਾਲੋਂ ਨਾਤਾ ਤੋੜਨਾ ਔਖਾ ਗਾ। ਬੁੱਢਾ ਹੋਇਆ ਤਾਂ ਹਰੇਕ ਹੀ ਕਹਿੰਦਾ ਜੀ ਮੈਂ ਤਾਂ ਮਾੜੇ ਕੰਮ ਛੱਡਤੇ, ਅਸਲ ਵਿੱਚ ਮਾੜੇ ਕੰਮ ਛੱਡੇ ਨਹੀਂ, ਤੇ ਮਾੜੇ ਕੰਮ ਸਰੀਰ ਨੂੰ ਛੱਡ ਜਾਂਦੇ ਆ ਵੀ ਹੁਣ ਤਾਂ ਇੱਥੋਂ ਅਸੀਂ ਕੀ ਲੈਣਾ। ਠੀਕ ਹੈ ਨਾ। ਇਸ ਕਰਕੇ ਪੁੱਤਰ ਵੀ ਗੁਰੂ ਸਾਹਿਬ ਨੇ ਕਿਹਾ ਗਾ ਵੀ ਸਾਨੂੰ ਜਿਹੜੀ ਵੀ ਜਵਾਨੀ ਤੇ ਬਚਪਨ ਆ ਤੇ ਉਹਦੇ ਚ ਰੌਣਕ ਆ, ਤੇ ਰੌਣਕ ਬੁਢੇਪੇ ਚ ਰੱਖਣੀ ਆ, ਤਾਂ ਸਾਡੇ 90 ਸਾਲ ਦੇ 80 ਸਾਲ ਦੇ ਬਾਬਿਆਂ ਦਾ ਇਤਿਹਾਸ ਪੜ੍ਹਨਾ ਪਵੇਗਾ। ਚਲੋ ਜੀ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਆਵਾਜ਼ ਆ ਰਹੀ ਆ? ਬੇਟਾ ਜ਼ਰੂਰ ਆ ਰਹੀ ਆ ਜੀ। ਮੈਂ ਆਪਣੇ ਥੋੜੇ ਜਿਹੇ ਵਿਚਾਰ ਪੇਸ਼ ਕਰਨਾ ਚਾਹੁੰਦੀ ਸੀ। ਸਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਮਤਲਬ ਸਿੱਖਿਆ ਮੰਨ ਕੇ ਤਿਆਗੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਹਾਂਜੀ, ਮਤਲਬ ਕਿ ਅਸੀਂ ਜਲਦੀ ਤਾਂ ਨਹੀਂ ਬਣ ਸਕਦੇ, ਬਟ ਹੌਲੀ ਹੌਲੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ। ਜਿਵੇਂ ਜੀ
ਜਿਵੇਂ ਜੀ ਆਪਾਂ ਗੀਤ ਸੁਣਨੇ ਬੰਦ ਕਰ ਸਕਦੇ ਹਾਂ, ਮਤਲਬ ਜਿਹੜੇ ਆਪਾਂ ਨੂੰ, ਬਿਲਕੁਲ ਜੀ। ਤੇ ਜੀ ਗਲਤ ਬੋਲਣਾ, ਜਿਵੇਂ ਆਪਾਂ ਮਤਲਬ ਕਿ ਹਾਂਜੀ ਗਲਤ ਬੋਲਣਾ ਦੇਖੋ ਬੰਦ ਕਰ ਸਕਦੇ ਪੁੱਤਰ, ਹਾਂ। ਤੁਹਾਡੀ ਗੱਲ ਦੇ ਵਿੱਚ ਗੱਲ ਆ, ਗੀਤ ਗੰਦੇ ਸੁਣਨੇ ਬੰਦ ਕਰ ਦੋ, ਗੰਦਾ ਬੋਲਣਾ ਬੰਦ ਕਰ ਦੋ, ਗੰਦਾ ਵੇਖਣਾ ਬੰਦ ਕਰ ਦੋ। ਆਪਾਂ ਕਹਿੰਦੇ ਮਨ ਕਾਬੂ 'ਚ ਨਹੀਂ ਆਉਂਦਾ, ਆਉਂਦਾ ਹੈਗਾ, ਐਸੀ ਗੱਲ ਨਹੀਂ ਵੀ ਨਹੀਂ ਆਉਂਦਾ। ਹਾਂਜੀ ਪਰ ਹਾਂਜੀ ਹਾਂਜੀ ਇਹਨੂੰ ਲਿਆਉਣ ਦੇ ਲਈ ਥੋੜੀ ਜਿਹੀ ਆਪਾਂ ਨੂੰ ਹਿੰਮਤ ਆਪਣੇ ਤਰਫੋਂ ਕਰਨੀ ਪਊ, ਜੋ ਤੁਸੀਂ ਕਹਿ ਰਹੇ। ਧੰਨਵਾਦ ਬੇਟਾ, ਅੱਗੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਸਵਾਲ ਇਹ ਸੀ ਕਿ ਗੁਰੂ ਤੇਗ ਬਹਾਦਰ ਜੀ ਗੁਰੂ ਰਾਮਦਾਸ ਜੀ ਦੇ ਕੀ ਲੱਗਦੇ ਸਨ? ਗੁਰੂ ਤੇਗ ਬਹਾਦਰ ਜੀ ਗੁਰੂ ਰਾਮਦਾਸ ਜੀ ਦੇ ਕੀ ਲੱਗਦੇ ਸਨ? ਗੁਰੂ ਦੇਖੋ ਬੇਟਾ, ਮੈਂ ਤੁਹਾਨੂੰ ਸੁਣਾ ਦਿੰਦਾ ਥੋੜਾ ਜਿਹਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਗੁਰੂ ਅਰਜਨ ਸਾਹਿਬ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਾਦਾ ਜੀ ਕੌਣ ਲੱਗਦੇ ਨੇ? ਗੁਰੂ ਅਰਜਨ ਸਾਹਿਬ ਮਹਾਰਾਜ ਤੇ ਰਾਮਦਾਸ ਮਹਾਰਾਜ ਜੀ ਕੀ ਲੱਗਦੇ ਨੇ? ਪਰਦਾਦਾ ਜੀ। ਹਾਂਜੀ, ਚਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਜਾਪ ਸੇਵਾ ਲਈ ਹੈ, ਜਿਨ੍ਹਾਂ ਨੇ ਕੀਰਤਨ ਦੀ ਸੇਵਾ ਕੀਤੀ ਹੈ, ਤੇ ਜਿਨ੍ਹਾਂ ਤੇ ਭਾਈ ਸ੍ਰੀ ਗੁਰਪ੍ਰੀਤ ਸਿੰਘ ਜੀ ਅੰਕਲ ਦਾ ਬਹੁਤ ਬਹੁਤ ਧੰਨਵਾਦ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਜੋ ਤੇ ਆਪ ਜੀ ਨੂੰ ਆਪ ਹਰ ਰੋਜ਼ ਇਸੇ ਤਰ੍ਹਾਂ ਹੀ ਜੁੜਿਆ ਕਰੋ, ਤੇ ਕੁਝ ਨਾ ਕੁਝ ਨਵਾਂ ਸਿੱਖਿਆ ਕਰੋ, ਤੇ ਆਪਣੇ ਫਰੈਂਡਸ ਨੂੰ, ਆਪਣੇ ਬ੍ਰਦਰ ਸਿਸਟਰ ਨੂੰ ਵੀ ਜੋੜਿਆ ਕਰੋ। ਆਪ ਦਾ ਬਹੁਤ ਬਹੁਤ ਧੰਨਵਾਦ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।